ਚਰਨ ਸਾਧ ਕੇ ਧੋਏ ਪੀਓ। ਇੱਥੇ ਸਾਧ ਦਾ ਮਤਲਬ ਹੈ ਗੁਰੂ ਤੇ ਚਰਨ ਦਾ ਮਤਲਬ ਹੈ ਗੁਰੂ ਦਾ ਸ਼ਬਦ। ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬੰਧਿਓ ਪਾਲ। ਪਾਵਨ ਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ। ਇੱਥੇ ਚਰਨ ਦਾ ਮਤਲਬ ਸ਼ਬਦ, ਉਪਦੇਸ਼, ਵਿਚਾਰਧਾਰਾ, ਫਿਲਾਸਫੀ ਜੋ ਦਿੱਤਾ ਹੋਇਆ ਵੇ ਆਫ ਲਾਈਫ ਹੈ। ਤੇ ਧੋਏ ਦਾ ਮਤਲਬ ਹੁੰਦਾ ਹੈ ਧੋਤੇ ਹੋਏ, ਪਵਿੱਤਰ। ਪੀਓ ਦਾ ਮਤਲਬ ਪੀਓ ਯਾਨੀ ਮਾਣੋ। ਹੁਣ ਇੱਥੇ ਇਹ ਨਹੀਂ ਕਿ ਕਿਸੇ ਡੇਰੇ ਵਾਲੇ ਬਾਬੇ ਦੇ ਪੈਰ ਧੋ ਕੇ ਪੀਓ। ਜਿਵੇਂ ਇੱਕ ਵੀਡੀਓ ਵਾਇਰਲ ਹੋਈ ਸੀ ਨਾ, ਕੁਛ ਇੱਕ ਦੋ ਬੀਬੀਆਂ ਕਿਸੇ ਬਜ਼ੁਰਗ ਬਾਬੇ ਦੇ ਪੈਰ ਧੋ ਕੇ ਟੱਬ ਦੇ ਵਿੱਚ ਤੇ ਪੀ ਰਹੀਆਂ ਨੇ। ਇੱਥੇ ਉਸ ਬਾਬੇ ਦੀ ਗੱਲ ਨਹੀਂ ਹੈ, ਬਾਬਿਆਂ ਦੇ ਪੈਰ ਧੋਣ ਦੀ ਗੱਲ ਇੱਥੇ ਨਹੀਂ ਹੈ। ਸਾਧ ਦਾ ਮਤਲਬ ਗੁਰੂ, ਚਰਨ ਦਾ ਮਤਲਬ ਗੁਰੂ ਦਾ ਸ਼ਬਦ, ਗੁਰੂ ਦੀ ਵਿਚਾਰਧਾਰਾ। ਧੋਏ ਦਾ ਮਤਲਬ ਹੁੰਦਾ ਹੈ ਧੋਤੇ ਹੋਏ, ਪਵਿੱਤਰ। ਪੀਓ ਦਾ ਮਤਲਬ ਪੀਓ ਯਾਨੀ ਮਾਣੋ। ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰੋ ਤਾਂ ਜੋ ਗੁਰੂ ਦਾ ਸ਼ਬਦ ਉਪਦੇਸ਼ ਹੈ, ਪਵਿੱਤਰ ਸ਼ਬਦ ਗੁਰੂ ਦਾ ਹੈ, ਉਹਨੂੰ ਮਾਣੋ, ਉਹਦੇ ਉੱਤੇ ਅਮਲ ਕਰੋ, ਉਸ ਦਾ ਰਸ ਮਾਣੋ। ਹੁਣ ਇਹ ਚੀਜ਼ ਨਾ ਸਮਝਣ ਵਾਲੀ ਹੈ। ਮੰਨ ਲਓ ਤੁਸੀਂ ਘਰ ਦੇ ਵਿੱਚ ਪ੍ਰਸ਼ਾਦਾ ਬਣਾਇਆ ਹੈ, ਤੁਸੀਂ ਮੂਲੀ ਵਾਲੇ ਪਰੌਂਠੇ ਬਣਾਏ ਨੇ, ਤੇ ਹੁਣ ਪਰੌਂਠੇ ਬਣਾਉਣ ਦੇ ਨਾਲ ਗੱਲ ਨਹੀਂ ਨਾ ਬਣੇਗੀ। ਪਰੌਂਠਿਆਂ ਦਾ ਰਸ ਤਾਂ ਆਏਗਾ ਜੇ ਖਾਓਗੇ ਤੇ ਫਿਰ ਪਤਾ ਲੱਗੇਗਾ ਇਹ ਸਵਾਦ ਨੇ ਜਾਂ ਬੇਸਵਾਦੇ ਨੇ। ਸਬਜੀ ਭਾਜੀ ਨੂੰ ਚੱਖੋਗੇ ਤਾਂ ਪਤਾ ਲੱਗੇਗਾ, ਖੀਰ ਕੜਾਹ ਖਾਓਗੇ ਤਾਂ ਪਤਾ ਲੱਗੇਗਾ। ਤਾਂ ਪੀਓ ਦਾ ਮਤਲਬ ਮਾਣੋ ਜੋ ਗੁਰੂ ਦੇ ਸਿਧਾਂਤ ਨੇ, ਸਰੀਰਕ, ਮਾਨਸਿਕ, ਆਤਮਿਕ, ਬੌਧਿਕ ਤੌਰ ਤੇ ਜੋ ਗੁਰੂ ਜੀ ਨੇ ਸਾਨੂੰ ਗਿਆਨ ਦਿੱਤਾ ਹੈ, ਗੁਰੂ ਦੇ ਉਹਨਾਂ ਗੁਣਾਂ ਨੂੰ ਅਪਣਾਓ। ਪੀਓ ਦਾ ਮਤਲਬ ਅਪਣਾਓ, ਇਹਨਾਂ ਨੂੰ ਇੰਪਲੀਮੈਂਟ ਕਰੋ। ਯਾਨੀ ਗੁਰੂ ਦੇ ਉਪਦੇਸ਼ ਨੂੰ ਜੋ ਪਵਿੱਤਰ ਹੈ, ਉਸ ਪਵਿੱਤਰ ਉਪਦੇਸ਼ ਨੂੰ ਮਾਣੋ, ਉਹਦੇ ਮੁਤਾਬਕ ਜ਼ਿੰਦਗੀ ਜੀਓ। ਅਰਪ ਸਾਧ ਕੋ ਆਪਣਾ ਜੀਓ। ਆਪਣਾ ਜੀਓ ਦਾ ਮਤਲਬ ਜਿੰਦ। ਅਰਪ ਦਾ ਮਤਲਬ ਹਵਾਲੇ ਕਰ ਦੇ। ਸਾਧ ਦਾ ਮਤਲਬ ਗੁਰੂ। ਜੋ ਆਪਣੀ ਜਿੰਦ ਹੈ ਉਹ ਗੁਰੂ ਦੇ ਹਵਾਲੇ ਕਰ। ਆਪਣਾ ਮਨ ਗੁਰੂ ਦੇ ਹਵਾਲੇ ਕਰ। ਆਪਣੇ ਮਨ ਦੀ ਮੱਤ ਤਿਆਗ। ਗੁਰੂ ਦੇ ਹਵਾਲੇ ਮਨ ਕਰਨਾ ਜਾਂ ਮਨ ਗੁਰੂ ਨੂੰ ਦੇਣ ਦਾ ਮਤਲਬ ਹੈ ਆਪਣੇ ਮਨ ਦੀ ਮੱਤ ਤਿਆਗ ਕੇ ਗੁਰੂ ਦੀ ਮੱਤ ਦੇ ਧਾਰਨੀ ਹੋ ਜਾਣਾ। ਤਾਂ ਆਪਣੇ ਮਨ ਦੀ ਮੱਤ ਤਿਆਗ, ਆਪਣੀ ਜਿੰਦ ਗੁਰੂ ਤੋਂ ਕੁਰਬਾਨ ਕਰ, ਗੁਰੂ ਤੋਂ ਵਾਰਨੇ ਸਦਕੇ ਜਾ। ਅਸੀਂ ਰੋਜ਼ ਪੜ੍ਹਦੇ ਆ ਨਾ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਆਪਣੇ ਗੁਰੂ ਤੋਂ ਬਲਿਹਾਰ ਜਾ, ਕੁਰਬਾਨ ਜਾ, ਵਾਰਨੇ ਸਦਕੇ ਹੋ, ਕਿਉਂਕਿ ਗੁਰੂ ਨੇ ਆਮ ਮਨੁੱਖਾਂ ਨੂੰ ਦੈਵੀ ਗੁਣਾਂ ਦੇ ਨਾਲ ਭਰਪੂਰ ਮਨੁੱਖ ਬਣਾ ਦਿੱਤਾ ਹੈ। ਤੇ ਗੁਰੂ ਨੂੰ ਐਸਾ ਕਰਦਿਆਂ ਦੇਰ ਵੀ ਨਹੀਂ ਲੱਗੀ। ਜਿਵੇਂ ਹੁਣ ਕੌਡਾ ਭੀਲ ਹੈ, ਅਸੀਂ ਰੋਜ਼ ਗੱਲ ਕਰਦੇ ਹਾਂ, ਤਾਂ ਇੱਕ ਪਲ ਦੇ ਵਿੱਚ ਹੀ ਉਹਦਾ ਜੀਵਨ ਬਦਲ ਦਿੱਤਾ ਗੁਰੂ ਨੇ। ਸ਼ੇਖ ਸੱਜਣ ਹੈ, ਇੱਕ ਪਲ ਵਿੱਚ ਹੀ ਉਸ ਦਾ ਜੀਵਨ ਬਦਲ ਗਿਆ। ਤਾਂ ਜੇ ਅਸੀਂ ਵੀ ਸਾਰੇ ਵੀਰ ਭੈਣਾਂ ਆਪਣੇ ਮਨ ਦੀ ਮੱਤ ਛੱਡ ਕੇ ਗੁਰੂ ਦੀ ਮੱਤ ਧਾਰਨ ਕਰ ਲਈਏ ਤਾਂ ਸਾਡਾ ਜੀਵਨ ਵੀ ਇੱਕ ਪਲ ਦੇ ਅੰਦਰ ਹੀ ਬਦਲ ਜਾਏਗਾ। ਜੇ ਅਸੀਂ ਗਲਤ ਡਾਇਰੈਕਸ਼ਨ ਤੇ ਜਾ ਰਹੇ ਹਾਂ ਤਾਂ ਯੂ ਟਰਨ ਲੈ ਲਓ, ਤਾਂ ਤੁਸੀਂ ਆਪਣੇ ਡੈਸਟੀਨੇਸ਼ਨ ਵੱਲ ਵਧਣਾ ਸ਼ੁਰੂ ਕਰ ਦੋਗੇ। ਇਸ ਲਈ ਗੁਰੂ ਜੀ ਕਹਿੰਦੇ ਨੇ ਗੁਰੂ ਤੋਂ ਕੁਰਬਾਨ ਜਾ, ਗੁਰੂ ਦੇ ਸਿਧਾਂਤਾਂ ਤੋਂ ਕੁਰਬਾਨ ਜਾ। ਸਾਧ ਕੀ ਧੂਰ ਕਰੋ ਇਸਨਾਨ। ਸਾਧ ਦਾ ਮਤਲਬ ਗੁਰੂ, ਧੂਰ ਦਾ ਮਤਲਬ ਜੋ ਗੁਰੂ ਦਾ ਸ਼ਬਦ ਹੈ, ਕਰੋ ਇਸ਼ਨਾਨ ਦਾ ਮਤਲਬ ਆਪਣੇ ਦਿਮਾਗ ਨੂੰ, ਮਨ ਨੂੰ, ਬੁੱਧ ਨੂੰ, ਮਤ ਨੂੰ ਧੋਵੋ। ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਜੋ ਅਸੀਂ ਸਰੀਰਕ ਤੌਰ ਤੇ ਇਸ਼ਨਾਨ ਕਰਦੇ ਹਾਂ, ਇਹਦੇ ਨਾਲ ਸਾਡੇ ਸਰੀਰ ਦੀ ਮੈਲ ਉਤਰਦੀ ਹੈ, ਇਹਦੇ ਨਾਲ ਮਨ ਦੀ ਮੈਲ ਨਹੀਂ ਉਤਰਦੀ। ਬਾਹਰੀ ਇਸ਼ਨਾਨ ਦੇ ਨਾਲ ਸਰੀਰ ਤੰਦਰੁਸਤ ਹੁੰਦਾ ਹੈ, ਸਰੀਰ ਸਾਫ਼ ਹੁੰਦਾ ਹੈ, ਮੈਲ ਮਿੱਟੀ ਘੱਟਾ ਉਤਰਦਾ ਹੈ। ਤੇ ਜਦੋਂ ਅਸੀਂ ਸ਼ਬਦ ਦੇ ਨਾਲ ਆਪਣੀ ਮੈਂਟੈਲਿਟੀ ਨੂੰ ਧੋਵਾਂਗੇ ਤਾਂ ਸਾਡੀ ਮਾਨਸਿਕਤਾ, ਸਾਡੀ ਸੋਚ, ਮਾੜੀ ਮੱਤ ਗੁਰੂ ਦੇ ਉਪਦੇਸ਼ ਨਾਲ, ਗੁਰੂ ਦੇ ਗਿਆਨ ਦੇ ਨਾਲ ਧੁਪੇਗੀ। ਇਸ ਲਈ ਗੁਰੂ ਸ਼ਬਦ ਵਿੱਚ ਇਸ਼ਨਾਨ ਕਰ, ਗੁਰੂ ਦੇ ਚਰਨਾਂ ਤੋਂ ਕੁਰਬਾਨ ਜਾ, ਗੁਰੂ ਦੇ ਸ਼ਬਦ ਨਾਲ ਇਸ਼ਨਾਨ ਕਰ, ਗੁਰੂ ਦੇ ਸ਼ਬਦ ਨਾਲ ਆਪਣੇ ਮਨ ਦੀ ਮੱਤ ਨੂੰ ਸਾਫ਼ ਕਰ। ਸਾਧ ਉੱਪਰ ਜਾਈਏ ਕੁਰਬਾਨ, ਗੁਰੂ ਤੋਂ ਸਦਕੇ ਹੋ, ਤੋਂ ਬਲਿਹਾਰ ਹੋ। ਜਿਵੇਂ ਅਸੀਂ ਬਲਿਹਾਰ ਬਾਰੇ ਵਿਚਾਰ ਕਰ ਚੁੱਕੇ ਹਾਂ ਪਹਿਲਾਂ ਵੀ। ਬਲਿਹਾਰ ਦੋ ਸ਼ਬਦਾਂ ਤੋਂ ਬਣਿਆ ਹੈ, ਬਲ ਪਲਸ ਹਾਰ। ਬਲ ਦਾ ਮਤਲਬ ਤਾਕਤ, ਹਾਰ ਦਾ ਮਤਲਬ ਹਾਰ ਜਾਣਾ, ਆਪਣਾ ਬਲ ਹਾਰ ਜਾਣਾ ਯਾਨੀ ਸਰੈਂਡਰ ਹੋ ਜਾਣਾ, ਆਪਣੇ ਮਨ ਦੀ ਮੱਤ ਛੱਡ ਦੇਣੀ ਔਰ ਗੁਰੂ ਦੇ ਮੱਤ ਦਾ ਧਾਰਨੀ ਹੋ ਜਾਣਾ। ਤਾਂ ਗੁਰੂ ਜੀ ਕਹਿੰਦੇ ਨੇ ਗੁਰੂ ਤੋਂ ਬਲਿਹਾਰ ਹੋ, ਗੁਰੂ ਤੋਂ ਕੁਰਬਾਨ ਜਾ,
ਗੁਰੂ ਤੋਂ ਗਿਆਨ ਦੀ ਦਾਤ ਲੈ, ਗੁਰੂ ਦੇ ਗਿਆਨ ਤੋਂ ਆਪਣਾ ਆਪਾ ਕੁਰਬਾਨ ਕਰ। ਜਿਸ ਦਿਨ ਅਸੀਂ ਇਸ ਚੀਜ਼ ਨੂੰ ਸਮਝ ਜਾਵਾਂਗੇ ਨਾ ਔਰ ਅਮਲ ਕਰਾਂਗੇ, ਸਾਡੀ ਜ਼ਿੰਦਗੀ ਉਸ ਦਿਨ ਬਦਲ ਜਾਏਗੀ। ਫਿਰ ਸਾਨੂੰ ਬਾਬਿਆਂ ਤੋਂ ਕੁਰਬਾਨ ਨਹੀਂ ਜਾਣਾ ਪੈਣਾ ਕਿ ਕਿਸੇ ਬਾਬੇ ਕੋਲ ਪੁੱਛਦੇ ਫਿਰੀਏ ਕਿ ਸਾਡੇ ਘਰ ਵਿੱਚ ਕਲੇਸ਼ ਰਹਿੰਦਾ ਤੇ ਕੀ ਕਰੀਏ। ਫਿਰ ਸਾਨੂੰ ਜੋਤਸ਼ੀਆਂ ਤੋਂ ਕੁਰਬਾਨ ਜਾਣ ਦੀ ਲੋੜ ਨਹੀਂ, ਮੜੀਆਂ ਕਬਰਾਂ ਅੱਗੇ ਮੱਥੇ ਟੇਕਣ ਦੀ ਲੋੜ ਨਹੀਂ, ਬਰਤਨ ਰਾਤੇ ਸਰਾਧ ਕਰਨ ਦੀ ਜ਼ਰੂਰਤ ਨਹੀਂ ਪੈਣੀ। ਫਿਰ ਅਸੀਂ ਸਿੱਧੀ ਸਾਫ਼ ਸੁਥਰੀ ਜ਼ਿੰਦਗੀ ਜੀਵਾਂਗੇ ਔਰ ਗ੍ਰਸਤੀ ਜ਼ਿੰਦਗੀ ਜੀਂਦਿਆਂ ਹੋਇਆਂ ਅਸੀਂ ਸੁਖ ਸ਼ਾਂਤੀ, ਆਨੰਦ, ਖੇੜਾ ਔਰ ਪ੍ਰਸੰਨਤਾ ਮਾਣ ਸਕਾਂਗੇ। ਇਸ ਲਈ ਗੁਰੂ ਜੀ ਕਹਿੰਦੇ ਨੇ ਕਿ ਐ ਮੇਰੇ ਮਨਾ, ਗੁਰੂ ਤੋਂ ਕੁਰਬਾਨ ਹੋ, ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀ। ਸਾਧ ਸੇਵਾ ਵਡਭਾਗੀ ਪਾਈਐ। ਜੋ ਗੁਰੂ ਦੀ ਸੇਵਾ ਹੈ ਵੱਡੇ ਭਾਗਾਂ ਨਾਲ ਮਿਲਦੀ ਹੈ। ਇੱਥੇ ਹੁਣ ਭਾਗਾਂ ਦਾ ਮਤਲਬ ਇਹ ਨਹੀਂ ਕਿ ਪਿੱਛੋਂ ਕਿਸੇ ਦੀ ਕਿਸਮਤ ਲਿਖੀ ਹੋਈ ਆਈ ਹੈ ਤਾਂ ਮਿਲੇਗੀ। ਵਡਭਾਗੀ ਦਾ ਮਤਲਬ ਵੱਡੇ ਉਦਮ ਤੇ ਕਰਨਾ ਪਵੇਗਾ ਨਾ ਸੇਵਾ ਵਾਸਤੇ। ਉਹਨੂੰ ਅਸੀਂ ਵਡਭਾਗੀ ਕਹਿ ਦਿੰਦੇ ਆ, ਖੁਸ਼ਕਿਸਮਤ ਕਹਿ ਦਿੰਦੇ ਆ, ਜੋ ਚੰਗੇ ਕਰਮ ਕਰਦੇ ਨੇ। ਗੁਰੂ ਜੀ ਕਹਿੰਦੇ ਨੇ ਗੁਰੂ ਦੀ ਜੋ ਸੇਵਾ ਹੈ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨਾ ਹੈ, ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਉਦਮ ਕਰ ਔਰ ਗੁਰੂ ਦੀ ਸੇਵਾ ਹਾਸਲ ਕਰ, ਗੁਰੂ ਦੇ ਦੱਸੇ ਰਾਹ ਤੇ ਤੁਰ। ਤੇ ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਆਪ ਜੀ ਦੇ ਨਾਲ ਕਿ ਗੁਰੂ ਦੀ ਸੇਵਾ ਕਰਨ ਵਾਲੇ ਮਨੁੱਖ ਦੇ ਅੰਦਰ ਕਰੀਬ 9 ਗੁਣ ਹੁੰਦੇ ਨੇ, ਜਾਂ ਗੁਰੂ ਦੇ ਦੱਸੇ ਰਾਹਾਂ ਤੇ ਤੁਰਿਆ 9 ਗੁਣ ਬੰਦੇ ਦੇ ਅੰਦਰ ਪੈਦਾ ਹੋ ਜਾਂਦੇ ਨੇ। ਤੇ ਇਹ ਗਾਰੰਟੀ ਹੈ ਕਿ ਜਿਹੜਾ ਵੀ ਇਨਸਾਨ ਆਪਣੀ ਜ਼ਿੰਦਗੀ ਵਿੱਚ ਇਹ 9 ਗੁਣ ਪੈਦਾ ਕਰ ਲਵੇਗਾ, ਉਹ ਰੱਬ ਦਾ ਰੂਪ ਹੋ ਜਾਏਗਾ। ਉਹਦੀ ਜ਼ਿੰਦਗੀ ਵਿੱਚ ਕਦੇ ਦੁੱਖ ਔਰ ਅਸ਼ਾਂਤੀ ਨਹੀਂ ਆਏਗੀ, ਜੀਵਨ ਮੁਬਾਰਕ ਹੋ ਜਾਏਗਾ। ਉਹਨੂੰ ਅਸੀਂ ਰੱਬ ਦਾ ਸੇਵਾਦਾਰ ਕਹਿ ਸਕਦੇ ਹਾਂ, ਉਹਨੂੰ ਅਸੀਂ ਗੁਰੂ ਦਾ ਸੇਵਕ ਕਹਿ ਸਕਦੇ ਹਾਂ, ਜਿਸ ਦੇ ਅੰਦਰ ਇਹ ਕੁਆਲਿਟੀਆਂ ਨੇ। ਸਭ ਤੋਂ ਪਹਿਲਾ ਗੁਣ ਹੈ ਸੰਤੋਖ ਦਾ। ਵੈਸੇ ਤਾਂ ਤੁਸੀਂ ਲਿਖੇ ਤੇ, ਲੇਕਿਨ ਮੈਂ ਫਿਰ ਥੋੜਾ ਰਿਪੀਟ ਕਰਦੇ ਹਾਂ। ਸੇਵ ਕੀਤੀ ਸੰਤੋਖੀ। ਹੁਣ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਵਾਂਗੇ ਤੇ ਸਾਡੇ ਅੰਦਰ ਸੰਤੋਖ ਆਏਗਾ। ਜਦੋਂ ਅਸੀਂ ਸੱਚੀ ਜ਼ਿੰਦਗੀ ਜੀਵਾਂਗੇ, ਅਸੀਂ ਆਪਣੇ ਜੀਵਨ ਤੋਂ ਸੈਟੀਸਫਾਈ ਹੋਵਾਂਗੇ, ਸੈਟਿਸਫੈਕਸ਼ਨ ਆਏਗੀ। ਤੇ ਜਿਹਦੇ ਅੰਦਰ ਸੈਟਿਸਫੈਕਸ਼ਨ ਨਹੀਂ, ਉਹ ਕਦੇ ਸੁਖੀ ਨਹੀਂ ਹੋ ਸਕਦਾ। ਸੇਵ ਕੀਤੀ ਸੰਤੋਖੀ। ਦੂਜਾ ਗੁਣ ਹੈ ਜਿਹਨੇ ਸੱਚੋ ਸੱਚ ਧਿਆਇਆ। ਉਹਦੀ ਜ਼ਿੰਦਗੀ ਅੰਦਰ ਸੱਚ ਹੋਏਗਾ, ਸੱਚ ਬੋਲੇਗਾ, ਸੱਚ ਸੁਣੇਗਾ, ਸੱਚ ਵੇਖੇਗਾ, ਸੱਚ ਕਮਾਏਗਾ। ਤੀਜਾ ਗੁਣ ਹੈ ਉਹਨੇ ਮੰਦੇ ਪੈਰ ਨਾ ਰੱਖਿਓ। ਮੰਦੇ ਪੈਰ ਨਾ ਰੱਖਿਓ ਦਾ ਮਤਲਬ ਕਿ ਉਹਦੇ ਅੰਦਰ ਮਾੜੇ ਕਰਮ ਦਾ ਵਿਚਾਰ ਵੀ ਪੈਦਾ ਨਹੀਂ ਹੋਏਗਾ। ਚੋਰੀ ਕਰਨੀ ਤਾਂ ਦੂਰ ਦੀ ਗੱਲ, ਉਹਦੇ ਅੰਦਰ ਚੋਰੀ ਕਰਨ ਦਾ ਫੁਰਨਾ ਵੀ ਨਹੀਂ ਕਦੇ ਫੁਰੇਗਾ। ਚੌਥਾ ਗੁਣ ਹੈ ਉਹ ਆਪਣੀ 10 ਨਵਾਂ ਦੀ ਇਮਾਨਦਾਰੀ ਦੀ ਕਿਰਤ ਕਰੇਗਾ। ਜੋ ਵੀ ਕੰਮ ਕਰੇਗਾ, ਦੁਕਾਨ ਹੈ, ਜੌਬ ਹੈ, ਵਪਾਰ ਹੈ, ਨੌਕਰੀ ਪੇਸ਼ਾ ਹੈ, ਉਹ ਬੜੇ ਇਮਾਨਦਾਰੀ ਦੇ ਨਾਲ ਕਰੇਗਾ, ਸੱਚ ਨੂੰ ਆਧਾਰ ਬਣਾ ਕੇ। ਧਰਮ ਕਮਾਇਆ, ਉਹ ਆਪਣੇ ਫਰਜ਼ਾਂ ਨੂੰ ਪੂਰੀਆਂ ਕਰੇਗਾ। ਅੱਜ ਦਾ ਆਮ ਜੋ ਮਨੁੱਖ ਹੈ, ਉਹ ਆਪਣੇ ਫਰਜ਼ਾਂ ਤੋਂ ਭੱਜਿਆ ਹੋਇਆ ਹੈ। ਆਪਣੇ ਫਰਜ਼ਾਂ ਤੋਂ ਭੱਜਦੇ ਆ। ਪਤਨੀ ਆਪਣੇ ਹੱਕ ਮੰਗਦੀ ਹੈ ਪਤੀ ਤੋਂ, ਪਰ ਫਰਜ਼ਾਂ ਤੋਂ ਭੱਜ ਰਹੀ ਹੈ। ਪਤੀ ਹੱਕ ਮੰਗ ਰਿਹਾ ਹੈ ਪਰ ਫਰਜ਼ਾਂ ਤੋਂ ਭੱਜ ਰਿਹਾ ਹੈ। ਮਾਪੇ ਹੱਕ ਮੰਗਦੇ ਨੇ, ਫਰਜ਼ਾਂ ਤੋਂ ਭੱਜਦੇ ਨੇ। ਬੱਚੇ ਹੱਕ ਮੰਗਦੇ ਨੇ, ਫਰਜ਼ਾਂ ਤੋਂ ਭੱਜਦੇ ਨੇ। ਇਹੀ ਜ਼ਿੰਦਗੀ ਦੀ ਪ੍ਰੋਬਲਮ ਹੈ। ਤੇ ਜੇ ਅਸੀਂ ਆਪਣੇ ਹੱਕ ਨਾ ਮੰਗ ਕੇ ਆਪਣੇ ਫਰਜ਼ ਪੂਰੇ ਕਰੀਏ ਤਾਂ ਹੱਕ ਕਿਸੇ ਨੂੰ ਮੰਗਣ ਦੀ ਲੋੜ ਨਹੀਂ ਪਵੇਗੀ, ਹੱਕ ਆਟੋਮੈਟਿਕਲੀ ਮਿਲੀ ਜਾਣਗੇ। ਤਾਂ ਰੱਬ ਦਾ ਜੋ ਸੇਵਕ ਹੈ, ਉਹਦੇ ਅੰਦਰ ਪੰਜਵਾਂ ਗੁਣ ਹੈ, ਉਹ ਆਪਣੇ ਫਰਜ਼ ਪੂਰੇ ਕਰਦਾ ਹੈ। ਉਹਨੇ ਦੁਨੀਆ ਤੋੜੇ ਬੰਧਨਾ। ਜੋ ਗੁਰੂ ਦੀ ਸੇਵਾ ਕਰੇਗਾ, ਰੱਬੀ ਹੁਕਮ ਵਿੱਚ ਤੁਰੇਗਾ, ਉਹਦੇ ਅੰਦਰ ਬੰਧਨ ਨਹੀਂ ਹੋਣਗੇ। ਈਰਖਾ, ਦ્વੈਸ਼, ਵੈਰ, ਵਿਰੋਧ, ਮੇਰ, ਤੇਰ, ਕਾਮ, ਕ੍ਰੋਧ ਦੇ ਇਹਨਾਂ ਬੰਧਨਾਂ ਤੋਂ ਆਜ਼ਾਦ ਹੋਏਗਾ। ਉਹਨੇ ਦੁਨੀਆ ਤੋੜੇ ਬੰਧਨਾ। ਅੰਨ ਪਾਣੀ ਥੋੜਾ ਖਾਇਆ। 7ਵਾਂ ਗੁਣ ਉਹਦੇ ਵਿੱਚ ਹੋਏਗਾ ਕਿ ਉਹ ਅੰਨ ਪਾਣੀ ਥੋੜਾ ਖਾਏਗਾ। ਹੁਣ ਅੰਨ ਪਾਣੀ ਥੋੜਾ ਖਾਣ ਦਾ ਭਾਵ ਹੈ ਕੋਈ, ਹੁਣ ਜਿਸ ਤਰ੍ਹਾਂ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕੋਈ ਨਹੀਂ ਕਰਨਾ, ਫਿਜ਼ੀਕਲੀ ਕੰਮ ਕੋਈ ਨਹੀਂ, ਮੈਂ ਕਥਾ ਕਰਨੀ ਹੈ ਜਾਂ ਪਾਠ ਕਰਨਾ ਹੈ, ਤਾਂ ਮੈਨੂੰ ਸਰੀਰਕ ਖੁਰਾਕ ਦੀ ਬਹੁਤ ਜ਼ਿਆਦਾ ਜ਼ਰੂਰਤ ਨਹੀਂ ਹੈ। ਮੇਰਾ ਥੋੜੇ ਨਾਲ ਵੀ ਕੰਮ ਚੱਲ ਜਾਏਗਾ। ਵੈਸੇ ਮੈਨੂੰ ਹਰ ਚੀਜ਼ ਚਾਹੀਦੀ ਹੈ, ਜਿਹੜੇ ਮਿਨਰਲ ਵਗੈਰਾ ਨੇ ਜਾਂ ਵਿਟਾਮਿਨਸ ਨੇ ਜਾਂ ਹੋਰ ਸਰੀਰ ਨੂੰ ਠੀਕ ਰੱਖਣ ਲਈ ਖੁਰਾਕ ਚਾਹੀਦੀ ਹੈ, ਪਰ ਮੇਰਾ ਥੋੜੀ ਖੁਰਾਕ ਨਾਲ ਚੱਲ ਸਕਦਾ ਹੈ। ਜੇ ਮੈਂ ਇੱਕ ਰੋਟੀ ਵੀ ਖਾ ਲਵਾਂ, ਕੰਮ ਚੱਲ ਜਾਏਗਾ। ਪਰ ਜਿਹਨੇ ਕਈ ਚਲਾਣੀ ਹੈ, ਜਿਹਨੇ ਬਿਲਡਿੰਗ ਸਾਈਡ ਦਾ ਕੰਮ ਕਰਨਾ ਹੈ, ਉਹਦਾ ਇੱਕ ਰੋਟੀ ਨਾਲ ਨਹੀਂ ਨਾ ਚੱਲਣਾ। ਤਾਂ ਇੱਥੇ ਅੰਨ ਪਾਣੀ ਥੋੜਾ ਖਾਣ ਦਾ ਮਤਲਬ ਇਹ ਨਹੀਂ ਕਿ ਖੁਰਾਕ ਘਟਾ ਦੇਣੀ ਹੈ। ਅੰਨ ਪਾਣੀ ਥੋੜਾ ਖਾਣ ਦਾ ਮਤਲਬ ਆਪਣੀਆਂ ਲੋੜਾਂ ਸੀਮਤ ਕਰਨੀਆਂ ਨੇ। ਮਿਸਾਲ ਵਜੋਂ, ਇਹ ਕੱਪੜਾ ਮੇਰੀ ਲੋੜ ਹੈ, ਇਹ ਮੇਰੀ ਤ੍ਰਿਸ਼ਨਾ ਨਹੀਂ ਹੈ। ਤਨ ਢੱਕਣਾ,
ਗਰਮੀ ਸਰਦੀ ਤੋਂ ਬਚਣ ਲਈ, ਪਰ 1.5 ਕਰੋੜ ਦਾ ਸੂਟ ਪਾਣਾ, ਤਾਂ ਇਹਨਾਂ ਚੀਜ਼ਾਂ ਤੋਂ ਉਹ ਰਹਿਤ ਹੋਏਗਾ। ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸ਼ ਅਗਲਾ ਨਿਤ ਦੇਵੇਂ ਚੜੇ ਸਵਾਇਆ, ਉਹ ਵੰਡ ਕੇ ਛਕੇਗਾ, ਵੰਡ ਕੇ ਛਕੇਗਾ। ਤੇ 9ਵਾਂ ਗੁਣ ਹੋਏਗਾ ਵਡਿਆਈ, ਵੱਡਾ ਪਾਇਆ, ਉਹਦੀ ਪੋਜ਼ਿਟਿਵ ਥਿੰਕਿੰਗ ਹੋਏਗੀ, ਵੱਡੇ ਰੱਬ ਨੂੰ ਪਾ ਲਵੇਗਾ। ਇਸ ਲਈ ਗੁਰੂ ਜੀ ਕਹਿੰਦੇ ਨੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਗੁਰੂ ਦੀ ਸੇਵਾ ਕਰ, ਗੁਰੂ ਦੇ ਦੱਸੇ ਰਾਹ ਤੇ ਤੁਰ, ਗੁਰੂ ਦੀ ਮੱਤ ਦਾ ਧਾਰਨੀ ਹੋ। ਤਾਂ ਇਹ ਚੀਜ਼ਾਂ ਵੱਡੇ ਭਾਗਾਂ ਨਾਲ ਮਿਲਦੀਆਂ ਨੇ, ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਇਹਨਾਂ ਵਾਸਤੇ ਉਦਮ ਕਰ। ਸਾਧ ਸੰਗ ਹਰ ਕੀਰਤਨ ਗਾਈਐ, ਕੀਰਤਨ ਦਾ ਮਤਲਬ ਸਿਫਤ ਸਲਾਹ, ਸਾਧ ਸੰਗ ਦਾ ਮਤਲਬ ਗੁਰੂ ਦੀ ਸ਼ਰਨ, ਗੁਰੂ ਦੀ ਸੰਗਤ। ਗੁਰੂ ਦੀ ਸੰਗਤ ਵਿੱਚ ਪ੍ਰਭੂ ਦੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ। ਗੁਰੂ ਦੀ ਮੱਤ ਦਾ ਧਾਰਨੀ ਹੋਣ ਦੇ ਨਾਲ ਰੱਬ ਦੀ ਸਿਫਤ ਸਲਾਹ ਹੋ ਸਕਦੀ ਹੈ, ਮਨਮਤ ਨਾਲ ਨਹੀਂ। ਜੇ ਬੰਦਾ ਆਪ ਖੁਦਰਾਪਨ ਹੈ, ਜੋ ਕਿਸੇ ਦੀ ਪਰਵਾਹ ਕਰਦਾ ਹੀ ਨਹੀਂ, ਆਪ ਖੁਦਰਾਪਨ ਹੈ, ਨਾ ਸਮਾਜ ਦੇ ਨਿਯਮਾਂ ਦਾ ਉਹਨੂੰ ਖਿਆਲ ਹੈ, ਨਾ ਧਰਮ ਦੇ ਨਿਯਮਾਂ ਦਾ, ਨਾ ਕਿਸੇ ਦੇਸ਼ ਦੇ ਕਾਨੂੰਨਾਂ ਦਾ, ਜਿਹੜਾ ਇਹਨਾਂ ਚੀਜ਼ਾਂ ਤੋਂ ਇਹਨਾਂ ਨਿਯਮਾਂ ਨੂੰ ਤੋੜਨ ਵਾਲਾ ਹੈ, ਤਾਂ ਉਹ ਬੰਦਾ ਸੁਖੀ ਔਰ ਸ਼ਾਂਤ ਨਹੀਂ ਨਾ ਹੋਏਗਾ। ਇਸ ਲਈ ਸਾਧ ਸੰਗ, ਗੁਰੂ ਦੀ ਸੰਗਤ, ਹਰ ਕੀਰਤਨ ਗਾਈਏ, ਕੀਰਤਨ ਦਾ ਮਤਲਬ ਸਿਫਤ ਸਲਾਹ, ਗੁਰੂ ਦੀ ਸੰਗਤ ਵਿੱਚ ਸਿਫਤ ਸਲਾਹ ਜਿਹੜੀ ਗਾਈ ਜਾ ਸਕਦੀ ਹੈ। ਗੁਰੂ ਦੀ ਸੰਗਤ ਕਰਨ ਵਾਲਾ ਰੱਬੀ ਸਿਫਤ ਸਲਾਹ ਕਰੇਗਾ। ਕੀਰਤਨ ਦਾ ਮਤਲਬ ਹੁੰਦਾ ਸਿਫਤ ਸਲਾਹ ਕਰਨਾ, ਚਾਹੇ ਉਹ ਸਿਫਤ ਸਲਾਹ ਤੁਸੀਂ ਪੜ੍ਹ ਕੇ ਕਰ ਰਹੇ ਹੋ ਗੁਰਬਾਣੀ, ਜਾਂ ਵਾਜੇ ਤਬਲੇ ਨਾਲ ਗੁਰਬਾਣੀ ਗਾ ਕੇ ਕਰ ਰਹੇ ਹੋ, ਜਾਂ ਲਿਖ ਕੇ ਕਰ ਰਹੇ ਹੋ, ਜਾਂ ਗੱਲਾਂ ਬਾਤਾਂ ਨਾਲ ਕਰ ਰਹੇ ਹੋ, ਗੱਲ ਸਿਫਤ ਸਲਾਹ ਦੀ ਹੈ, ਸ਼ੁਭ ਗੁਣਾਂ ਦੀ ਗੱਲ। ਇਸ ਲਈ ਗੁਰੂ ਦੀ ਸ਼ਰਨ ਲਿਆ, ਗੁਰੂ ਦੇ ਦੱਸੇ ਰਾਹ ਤੇ ਤੁਰਿਆ, ਰੱਬ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਅਨੇਕ ਵਿਘਨ ਤੇ ਸਾਧੂ ਰਾਖੈ, ਜੋ ਗੁਰੂ ਹੈ ਉਹ ਸਾਨੂੰ ਅਨੇਕਾਂ ਵਿਘਨਾਂ ਤੋਂ ਬਚਾਏਗਾ। ਜੋ ਆਤਮਿਕ ਜੀਵਨ ਦੇ ਵਿੱਚ ਆਉਣ ਵਾਲੇ ਵਿਘਨ ਨੇ, ਗੁਰੂ ਸਾਨੂੰ ਉਹਨਾਂ ਵਿਘਨਾਂ ਤੋਂ ਬਚਾਏਗਾ। ਕਿ ਇਹਨਾਂ ਵਿਘਨਾਂ ਤੋਂ ਕਿਵੇਂ ਬਚਣਾ ਹੈ? ਕਈ ਵਾਰ ਐਸੀ ਸਿਚੁਏਸ਼ਨ ਕ੍ਰੀਏਟ ਹੋ ਜਾਂਦੀ ਹੈ, ਬੰਦੇ ਨੂੰ ਐਸੇ ਥਾਂ ਨੌਕਰੀ ਪੇਸ਼ਾ ਮਿਲ ਜਾਂਦਾ ਹੈ ਕਿ ਜਿੱਥੇ ਰਿਸ਼ਵਤ ਦੇ ਬਹੁਤ ਵੱਡੇ ਮੌਕੇ ਨੇ, ਔਰ ਮੋਟੀ ਰਿਸ਼ਵਤ ਲੈ ਸਕਦਾ ਹੈ। ਮੌਕੇ ਨੇ, ਲੋਕ ਰਿਸ਼ਵਤ ਦੇ ਕੇ ਰਾਜੀ ਨੇ, ਲੇਕਿਨ ਜੇ ਉਹ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ ਤਾਂ ਉਸ ਮੌਕੇ ਨੂੰ ਉਹ ਐਵੇਂ ਨਹੀਂ ਵਰਤੇਗਾ, ਰਿਸ਼ਵਤ ਉਹ ਨਹੀਂ ਲਵੇਗਾ। ਗੁਰੂ ਉਹਨੂੰ ਇਸ ਵਿਘਨ ਤੋਂ ਬਚਾਏਗਾ, ਕਿਉਂਕਿ ਰਿਸ਼ਵਤ ਲੈਣ ਨਾਲ ਆਤਮਿਕ ਮੌਤ ਹੋਣੀ ਹੈ, ਇਨਸਾਨੀਅਤ ਖਤਮ ਹੋਣੀ ਹੈ। ਤਾਂ ਜੋ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਹੈ ਉਹ ਐਸਾ ਕੰਮ ਨਹੀਂ ਕਰੇਗਾ। ਕਦੇ ਮੌਕਾ ਬਣ ਜਾਂਦਾ ਐਸਾ ਬੰਦੇ ਦੀ ਜ਼ਿੰਦਗੀ ਵਿੱਚ ਕਿ ਉਹ ਆਚਰਨ ਤੋਂ ਗਿਰ ਸਕਦਾ ਹੈ, ਆਚਰਨ ਤੋਂ ਗਿਰਨ ਦਾ ਮੌਕਾ ਹੈ, ਗਿਰ ਸਕਦਾ ਹੈ। ਪਰ ਜਿਹੜਾ ਬੰਦਾ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਹੈ ਉਹ ਆਚਰਨ ਤੋਂ ਗਿਰੇਗਾ ਨਹੀਂ, ਉਹ ਆਪਣੇ ਕਰੈਕਟਰ ਨੂੰ ਸੰਭਾਲ ਕੇ ਰੱਖੇਗਾ, ਗਿਰੇਗਾ ਨਹੀਂ। ਹੁਣ ਇਹਨਾਂ ਚੀਜ਼ਾਂ ਤੋਂ ਗਿਆਨ ਬਚਾਏਗਾ ਨਾ, ਜੋ ਗੁਰੂ ਦਾ ਗਿਆਨ ਹੈ। ਗੁਰੂ ਦੇ ਗਿਆਨ ਰਾਹੀਂ ਬੰਦਾ ਫੈਸਲਾ ਲਵੇਗਾ ਕਿ ਇਹ ਕੰਮ ਜਿਹੜਾ ਗਲਤ ਹੈ, ਮੈਨੂੰ ਨਹੀਂ ਕਰਨਾ ਚਾਹੀਦਾ। ਤਾਂ ਗੁਰੂ ਸਾਨੂੰ ਆਤਮਿਕ ਜੀਵਨ ਦੇ ਅੰਦਰ ਜਿਹੜੇ ਆਉਣ ਵਾਲੇ ਵਿਘਨ ਨੇ, ਉਹਨਾਂ ਵਿਘਨਾਂ ਤੋਂ ਬਚਾਉਂਦਾ ਹੈ। ਯਾਨੀ ਗੁਰੂ ਸਾਨੂੰ ਸਫਲਤਾ ਦਾ ਰਾਸਤਾ ਵਿਖਾਉਂਦਾ ਹੈ। ਗੁਰੂ ਦਾ ਗਿਆਨ ਸਾਨੂੰ ਸਫਲਤਾ ਦਾ ਰਾਹ ਵਿਖਾਉਂਦਾ ਹੈ। ਗੁਰੂ ਦੇ ਗਿਆਨ ਰਾਹੀਂ ਅਸੀਂ ਆਪਣੀ ਜ਼ਿੰਦਗੀ ਦੇ ਵਿਘਨਾਂ ਨੂੰ ਦੂਰ ਕਰ ਸਕਦੇ ਹਾਂ। ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ, ਸੌਰੀ ਮੈਂ ਚਾਖੇ ਪੜ ਗਿਆ, ਚਾਖੈ। ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ। ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦਾ ਹੈ, ਹਰ ਗੁਣ ਗਾਏ ਦਾ ਮਤਲਬ ਹਰੀ ਦੇ ਗੁਣ ਗਾ ਕੇ, ਅੰਮ੍ਰਿਤ ਰਸ ਚਾਖੈ ਦਾ ਮਤਲਬ ਅੰਮ੍ਰਿਤ ਰਸ ਦਾ ਸਵਾਦ ਮਾਣਿਆ ਜਾ ਸਕਦਾ ਹੈ। ਜੇ ਅਸੀਂ ਹੁਣ ਗੁਣਾਂ ਨੂੰ ਅਪਣਾਵਾਂਗੇ, ਉਹਨਾਂ ਗੁਣਾਂ ਦਾ ਰਸ ਤੇ ਤਾਂ ਹੀ ਆਏਗਾ ਨਾ। ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ, ਇਹ ਸਬਜ਼ੀ ਬਣੀ ਹੈ ਤੇ ਸਬਜ਼ੀ ਖਾਵਾਂਗੇ ਤਾਂ ਹੀ ਪਤਾ ਲੱਗੇਗਾ ਨਾ ਲੂਣ ਮਿਰਚ ਕੈਸਾ ਹੈ, ਉਹਦਾ ਰਸ ਕੀ ਹੈ, ਸਵਾਦੀ ਹੈ ਕਿ ਬੇਸਵਾਦੀ ਹੈ। ਐਵੇਂ ਜਦੋਂ ਅਸੀਂ ਪ੍ਰੇਮ ਦੇ ਨਾਲ ਵਰਤਾਂਗੇ ਇੱਕ ਦੂਜੇ ਨਾਲ, ਤੇ ਪ੍ਰੇਮ ਦੇ ਨਾਲ ਵਰਤੋਂ ਵਿਹਾਰ ਵਿੱਚੋਂ ਜਿਹੜਾ ਸੁੱਖ ਆਏਗਾ ਉਹ ਤੇ ਤਾਂ ਹੀ ਮਿਲੇਗਾ ਨਾ ਜੇ ਅਸੀਂ ਪ੍ਰੇਮ ਦੇ ਨਾਲ ਵਰਤਾਂਗੇ। ਸੱਚ ਦਾ ਜਿਹੜਾ ਸੁੱਖ ਹੈ, ਸੱਚੇ ਆਚਰਨ ਦਾ, ਜੇ ਅਸੀਂ ਸੱਚਾ ਆਚਰਨ ਬਣਾਵਾਂਗੇ ਤਾਂ ਹੀ ਸਾਨੂੰ ਸੱਚੇ ਆਚਰਨ ਦਾ ਸੁੱਖ ਆਏਗਾ ਨਾ। ਜੇ ਅਸੀਂ ਸੱਚ ਬੋਲਦੇ ਹੀ ਨਹੀਂ ਤਾਂ ਸੱਚ ਦਾ ਰਸ ਨਹੀਂ ਨਾ ਆਉਣਾ, ਦਇਆ ਦਾ, ਪ੍ਰੇਮ ਦਾ।
ਇਹਨਾਂ ਗੁਣਾਂ ਦਾ ਆਨੰਦ ਤਾਂ ਹੀ ਇਹਨਾਂ ਦਾ ਸੁੱਖ ਮਾਣਿਆ ਜਾ ਸਕਦਾ ਜੇ ਇਹ ਗੁਣ ਗਾਏ ਜਾਣ, ਇਹਨਾਂ ਗੁਣਾਂ ਤੇ ਅਮਲ ਕੀਤਾ ਜਾਏ। ਤਾਂ ਗੁਰੂ ਜੀ ਕਹਿੰਦੇ ਨੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ। ਅੰਮ੍ਰਿਤ ਰਸ ਦਾ ਮਤਲਬ ਆਤਮਿਕ ਜੀਵਨ ਦੇਣ ਦਾ ਰਸ, ਆਤਮਿਕ ਜੀਵਨ ਦਾ ਆਨੰਦ ਮਾਣ ਸਕਦਾ ਬੰਦਾ ਰੱਬੀ ਗੁਣਾਂ ਨੂੰ ਗਾ ਕੇ। ਇਸ ਲਈ ਇਸ ਦੁਨੀਆ ਦੇ ਅੰਦਰ ਕੋਈ ਇਨਸਾਨ ਚਾਹੁੰਦਾ ਹੈ ਕਿ ਉਹ ਆਤਮਿਕ ਜ਼ਿੰਦਗੀ ਜੀਵੇ, ਉਹਦੀ ਜ਼ਿੰਦਗੀ ਵਿੱਚ ਪੋਜ਼ਿਟਿਵਿਟੀ ਆਵੇ, ਉਹਦੇ ਜੀਵਨ ਵਿੱਚ ਸੁੱਖ ਹੋਣ, ਉਹਦੇ ਜੀਵਨ ਵਿੱਚ ਖੁਸ਼ੀਆਂ ਹੋਣ, ਪ੍ਰਸੰਨਤਾ ਹੋਵੇ, ਆਨੰਦ ਹੋਵੇ। ਤਾਂ ਉਹਦੇ ਵਾਸਤੇ ਇੱਕੋ ਹੀ ਚੀਜ਼ ਹੈ ਕਿ ਉਹ ਗੁਣਾਂ ਦਾ ਧਾਰਨੀ ਹੋਵੇ ਮਨ, ਬਚਨ ਔਰ ਕਰਮ ਕਰਕੇ। ਓਟ ਗਹੀ ਸੰਤਹਿ ਦਰ ਆਇਆ। ਓਟ ਗਹੀ ਦਾ ਮਤਲਬ ਆਸਰਾ ਲਿਆ, ਗਹੀ ਦਾ ਮਤਲਬ ਪਕੜੀ, ਸੰਤਹਿ ਦਾ ਮਤਲਬ ਗੁਰੂ। ਸੰਤ ਦਾ ਮਤਲਬ ਕੋਈ ਚੋਲੇ ਵਾਲਾ ਬਾਬਾ ਨਹੀਂ ਹੈ ਕਿ ਕਿਸੇ ਬਾਬੇ ਦੇ ਡੇਰੇ ਤੇ ਜਾ ਕੇ ਤੁਹਾਨੂੰ ਸੁੱਖ ਮਿਲ ਜਾਏਗਾ। ਹਾਂ, ਤੁਹਾਡੀ ਲੁੱਟ ਹੋ ਸਕਦੀ ਹੈ, ਤੁਹਾਨੂੰ ਇਮੋਸ਼ਨਲ ਬਲੈਕਮੇਲ ਬਾਬੇ ਕਰ ਸਕਦੇ ਨੇ, ਔਰ ਕੀਤਾ ਜਾ ਰਿਹਾ ਹੈ। ਆਰਥਿਕ ਔਰ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਲੋਕਾਂ ਦਾ। ਇੱਥੇ ਸੰਤ ਦਾ ਮਤਲਬ ਹੈ ਗੁਰੂ। ਓਟ ਗਹੀ ਸੰਤਹਿ ਦਰ ਆਇਆ, ਜਿਹੜਾ ਗੁਰੂ ਦੇ ਦਰ ਤੇ ਆਇਆ ਔਰ ਜਿਸਨੇ ਗੁਰੂ ਦੀ ਓਟ ਲਈ। ਹੁਣ ਗੁਰੂ ਦੀ ਓਟ ਲੈਣ ਦਾ ਮਤਲਬ ਕੀ ਹੈ? ਗੁਰੂ ਦੀ ਓਟ ਲੈਣ ਦਾ ਮਤਲਬ ਇਹ ਨਹੀਂ ਕਿ ਮੈਂ ਤੁਸੀਂ ਤੁਹਾਡੇ ਕੋਲ ਵੀ ਇੱਕ ਨਿੱਕੀ ਜਿਹੀ ਵੀਡੀਓ ਕਲਿੱਪ ਆਈ ਹੋਣੀ ਹੈ ਤੇ ਉਹ ਮਾਂ ਪੁੱਛਦੀ ਪੁੱਤਰ ਕਿੱਥੇ ਗਿਆ ਸਾਂ, ਕਹਿਣ ਲੱਗਾ ਬੇਬੇ ਮੈਂ ਬਾਬੇ ਕੋਲ ਗਿਆ ਸਾਂ ਤੇ 11 ਰੁਪਏ ਦੇ ਕੇ ਮੈਂ ਅਰਦਾਸ ਕੀਤੀ ਸੀ ਕਿ ਬਾਬਾ ਸਾਨੂੰ ਟਰੈਕਟਰ ਦੇ, ਤੇ ਮਾਂ ਨੇ ਪੇੜ ਮਾਰੀ ਆਂਦੀ ਮਰ ਜਾ, 5 ਰੁਪਏ ਹੋਰ ਦਿੰਦਾ ਟਰਾਲੀ ਵੀ ਲੈ ਆਂਦਾ। ਤਾਂ ਐਸਾ ਆਸਰਾ ਨਹੀਂ ਹੈ। ਆਸਰਾ ਇੱਥੇ ਹੈ ਜ਼ਿੰਦਗੀ ਜੀਣ ਦਾ। ਗੁਰੂ ਤੋਂ ਆਸਰਾ ਕੀ ਲੈਣਾ ਹੈ ਕਿ ਮੈਂ ਅੱਖਾਂ ਨਾਲ ਵੇਖਣਾ ਕੀ ਹੈ, ਮੈਂ ਜ਼ਬਾਨ ਨਾਲ ਬੋਲਣਾ ਕੀ ਹੈ, ਹੱਥਾਂ ਨਾਲ ਮੈਂ ਕਰਨਾ ਕੀ ਹੈ। ਯਾਨੀ ਗੁਰੂ ਤੋਂ ਅਸੀਂ ਜ਼ਿੰਦਗੀ ਜੀਣ ਦਾ ਢੰਗ ਸਿੱਖਣਾ ਹੈ, ਵੇ ਆਫ ਲਾਈਫ। ਜਿੰਨੇ ਵੀ ਸਾਡੇ ਸੁੱਖ ਔਰ ਦੁੱਖ ਨੇ ਉਹ ਸਾਡੇ ਜੀਵਨ ਦੇ ਢੰਗ ਤੇ ਡਿਪੈਂਡ ਕਰਦੇ ਨੇ ਕਿ ਅਸੀਂ ਕਿਸੇ ਵੀ ਚੀਜ਼ ਬਾਰੇ ਸੋਚਦੇ ਕਿਵੇਂ ਹਾਂ। ਫਾਰ ਐਗਜ਼ਾਮਪਲ, ਮੈਂ ਕੱਲ ਪਰਸੋਂ ਵੀ ਬੇਨਤੀ ਕੀਤੀ ਸੀ, ਫਿਰ ਕਰਦੇ ਹਾਂ ਵੀ ਇਵੈਂਟਸ ਜ਼ਿੰਦਗੀ ਵਿੱਚ ਇੱਕ ਹੀ ਹੈ ਤੇ ਉਸ ਇਵੈਂਟਸ ਬਾਰੇ 10 ਬੰਦਿਆਂ ਦੇ ਥਾਟਸ ਵੱਖਰੇ ਵੱਖਰੇ ਹੋਣਗੇ ਤੇ ਜੈਸਾ ਤੁਹਾਡੇ ਅੰਦਰ ਥਾਟਸ ਪੈਦਾ ਹੋਣਗੇ ਵੈਸੇ ਹੀ ਇਮੋਸ਼ਨਸ ਪੈਦਾ ਹੋਣਗੇ ਤੇ ਉਹ ਇਮੋਸ਼ਨਸ ਇੱਕ ਹੋਰ ਸਿਚੁਏਸ਼ਨ ਪੈਦਾ ਕਰਨਗੇ। ਇਸ ਤਰ੍ਹਾਂ ਇੱਕ ਲੜੀ ਚੱਲ ਜਾਏਗੀ, ਚਾਹੇ ਤੁਸੀਂ ਨੈਗੇਟਿਵ ਚਲਾ ਲਓ ਜਾਂ ਪੋਜ਼ਿਟਿਵ ਚਲਾ ਲਓ। ਮਿਸਾਲ ਵਜੋਂ ਤੁਹਾਨੂੰ ਬਾਜ਼ਾਰ ਵਿੱਚ ਕੋਈ ਤੁਹਾਡਾ ਸੱਜਣ ਮਿੱਤਰ ਮਿਲਦਾ ਹੈ ਤੇ ਉਹਨੇ ਤੁਹਾਨੂੰ ਬੁਲਾਇਆ ਨਹੀਂ ਤੇ ਤੁਸੀਂ ਹੁਣ ਸੋਚਦੇ ਹੋ ਕਿ ਇਸ ਬੰਦੇ ਨੇ ਮੈਨੂੰ ਜਾਣਬੁੱਝ ਕੇ ਇਗਨੋਰ ਕੀਤਾ ਹੈ, ਤਾਂ ਇਹਦੇ ਤੁਹਾਡੇ ਅੰਦਰ ਗੁੱਸਾ ਆਏਗਾ। ਦੂਜੇ ਬੰਦੇ ਦੇ ਅੰਦਰ ਹੀਨ ਭਾਵਨਾ ਆ ਜਾਂਦੀ, ਚੌਥਾ ਬੰਦਾ ਹੋਰ, ਅਲੱਗ-ਅਲੱਗ ਅਸੀਂ ਉਹਨੂੰ ਸੋਚਾਂਗੇ ਨਾ। ਇਸ ਲਈ ਗੁਰੂ ਜੀ ਕਹਿੰਦੇ ਨੇ ਜਦੋਂ ਅਸੀਂ ਗੁਰੂ ਦੇ ਦਰ ਤੇ ਆਵਾਂਗੇ, ਗੁਰੂ ਤੋਂ ਗਿਆਨ ਦੀ ਦਾਤ ਸਿੱਖਾਂਗੇ ਤਾਂ ਸਾਨੂੰ ਅਸਲੀਅਤ ਦਾ ਪਤਾ ਲੱਗੇਗਾ ਔਰ ਅਸੀਂ ਅਸਲੀਅਤ ਦੇ ਨਾਲ ਜੁੜਨ ਦਾ ਯਤਨਾਂਗੇ। ਓਟ ਗਹੀ ਸੰਤਹਿ ਦਰ ਆਇਆ, ਜਿਹੜਾ ਗੁਰੂ ਦੇ ਦਰ ਤੇ ਆ ਗਿਆ ਔਰ ਜਿਸਨੇ ਗੁਰੂ ਦੀ ਵਿਚਾਰਧਾਰਾ ਦਾ ਆਸਰਾ ਲਿਆ, ਗੁਰੂ ਦੀ ਮੱਤ ਦਾ ਆਸਰਾ ਲਿਆ, ਜੋ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਂਦਾ ਹੈ, ਸਰਬ ਸੁਖ ਨਾਨਕ ਤਿਹ ਪਾਇਆ। ਤਿਹ ਦਾ ਮਤਲਬ ਉਸਨੇ, हे ਨਾਨਕ, ਉਹਨੇ ਸਾਰੇ ਸੁੱਖ ਪਾ ਲਏ। ਸਰੀਰਕ ਸੁੱਖ ਵੀ ਉਹਨੂੰ ਮਿਲ ਗਿਆ, ਮਾਨਸਿਕ ਸੁੱਖ ਮਿਲ ਗਿਆ, ਬੌਧਿਕ ਸੁੱਖ ਮਿਲ ਗਿਆ, ਆਤਮਿਕ ਸੁੱਖ ਮਿਲ ਗਿਆ। ਕਿਹਨੂੰ? ਜਿਹੜਾ ਗੁਰੂ ਦੇ ਦਰ ਤੇ ਆਇਆ ਔਰ ਜਿਸਨੇ ਗੁਰੂ ਦੇ ਚਰਨਾਂ ਦੀ ਓਟ ਲਈ, ਗੁਰੂ ਦੇ ਸ਼ਬਦ ਦਾ ਸਹਾਰਾ ਲਿਆ, ਗੁਰੂ ਤੋਂ ਵੇ ਆਫ ਲਾਈਫ ਸਿੱਖਿਆ, ਗੁਰੂ ਦੇ ਦੱਸੇ ਰਾਹ ਤੇ ਤੁਰਿਆ, ਉਹਨੇ ਫਿਰ ਸਾਰੇ ਸੁੱਖ ਪਾ ਲਏ ਕਿਉਂਕਿ ਉਹਦੇ ਸਾਰੇ ਕਰਮ ਚੰਗੇ ਨੇ, ਉਹਦੇ ਬੋਲ ਚੰਗੇ, ਉਹਦੀ ਸੋਚ ਚੰਗੀ, ਉਹਦਾ ਵਿਹਾਰ ਚੰਗਾ। ਤਾਂ ਇਸ ਤਰ੍ਹਾਂ ਉਹ ਇਨਸਾਨ ਸਾਰੇ ਸੁੱਖ ਪਾ ਸਕਦਾ ਹੈ। ਤਾਂ ਇਹ ਸਾਡੇ ਵਾਸਤੇ ਜੀਵਨ ਲਈ ਜੋ ਜੁਗਤ ਪੈਦਾ ਹੋ ਰਹੀ ਹੈ ਉਹ ਇਹ ਹੈ ਕਿ ਜੇ ਅਸੀਂ ਸਾਰੇ ਸੁੱਖ ਮੰਨਣਾ ਚਾਹੁੰਦੇ ਹਾਂ ਤਾਂ ਫਿਰ ਸਾਨੂੰ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਣੀ ਚਾਹੀਦੀ ਹੈ। ਗੁਰੂ ਦੀ ਪਾਵਨ ਬਾਣੀ ਪੜ੍ਹ ਕੇ, ਵਿਚਾਰ ਕੇ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਅੰਦਰ ਸੁਖ ਸ਼ਾਂਤੀ ਪੈਦਾ ਕਰਨੀ ਚਾਹੀਦੀ ਹੈ ਔਰ ਇਹ ਪੋਸੀਬਿਲਿਟੀ ਸਾਡੇ ਸਾਰਿਆਂ ਦੇ ਵਿੱਚ ਮੌਜੂਦ ਹੈ। ਮਿਰਤਕ ਕੋ ਜੀਵਾਲਨ ਹਾਰ, ਜੋ ਰੱਬ ਹੈ ਉਹ ਮੁਰਦੇ ਨੂੰ ਵੀ ਜਿੰਦਾ ਕਰਨ ਜੋਗਾ ਹੈ, ਮੁਰਦੇ ਨੂੰ ਜਿੰਦਾ ਕਰਨ ਜੋਗਾ ਹੈ। ਹੁਣ ਇਹ ਚੀਜ਼ ਸਮਝਣ ਵਾਲੀ ਹੈ, ਮੁਰਦੇ ਨੂੰ ਜਿੰਦਾ ਕਿਵੇਂ ਕਰਦਾ ਹੈ? ਮੁਰਦਾ ਹੈ ਕੌਣ, ਜਿਉਂਦਾ ਕੌਣ ਹੈ? ਜਦੋਂ ਅਸੀਂ
ਗੁਰੂ ਦੀ ਪਾਵਨ ਬਾਣੀ ਪੜ੍ਹਦੇ ਹਾਂ ਤੇ ਜੇ ਗੁਰੂ ਜੀ ਤੋਂ ਪੁੱਛੀਏ ਪਾਤਸ਼ਾਹ ਸਾਨੂੰ ਇੱਕ ਸ਼ਬਦ ਦੇ ਅੰਦਰ ਜੀਵਨ ਔਰ ਮੌਤ ਬਾਰੇ ਦੱਸੋ ਕਿ ਜੀਵਨ ਕੀ ਹੈ ਤੇ ਮੌਤ ਕੀ ਹੈ, ਤਾਂ ਗੁਰੂ ਜੀ ਇੱਕ ਸ਼ਬਦ ਵਿੱਚ ਦੱਸਦੇ ਨੇ ਮਰਣੰ ਬਿਸਰਣੰ ਗੋਬਿੰਦਹਿ, ਜੀਵਨੰ ਹਰ ਨਾਮ ਧਿਆਵਣੈ। ਮੌਤ ਹੈ ਰੱਬ ਨੂੰ ਵਿਸਾਰ ਦੇਣਾ, ਸੱਚ ਨੂੰ ਵਿਸਾਰ ਦੇਣਾ, ਤੇ ਜੀਵਨ ਹੈ ਰੱਬ ਦੀ ਯਾਦ ਵਿੱਚ ਜੀਣਾ, ਸੱਚ ਅਨੁਸਾਰ ਜ਼ਿੰਦਗੀ ਜੀਣੀ। ਮਨ ਬਚਨ ਕਰਮ ਕਰਕੇ ਸੱਚ ਦੇ ਧਾਰਨੀ ਹੋ ਜਾਣਾ ਇਹ ਜੀਵਨ ਹੈ, ਤੇ ਸੱਚ ਨੂੰ ਵਿਸਾਰ ਦੇਣਾ ਇਹ ਮੌਤ ਹੈ। ਜਿਹਦੇ ਅੰਦਰੋਂ ਸੱਚ ਵਿਸਰ ਜਾਂਦਾ ਹੈ, ਰੱਬ ਵਿਸਰ ਜਾਂਦਾ ਹੈ, ਰੱਬੀ ਗੁਣ ਵਿਸਰ ਜਾਂਦੇ ਨੇ, ਉਹਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ। ਇਨਸਾਨ ਮਰ ਜਾਂਦਾ ਹੈ, ਸਿਰਫ ਇੱਕ ਸਰੀਰ ਜਿੰਦਾ ਰਹਿ ਜਾਂਦਾ ਹੈ, ਉਹ ਚਲਦੀ ਫਿਰਦੀ ਇੱਕ ਲਾਸ਼ ਰਹਿ ਜਾਂਦੀ ਹੈ, ਬਾਕੀ ਬੰਦਾ ਮਰ ਜਾਂਦਾ ਹੈ। ਇਹਦੇ ਬਾਰੇ ਅਸੀਂ ਪਿਛਲੀਆਂ ਕਲਾਸਾਂ ਵਿੱਚ ਖੁੱਲ ਕੇ ਵਿਚਾਰ ਕਰ ਚੁੱਕੇ ਹਾਂ, ਔਰ ਮੈਂ ਭਗਤ ਕਬੀਰ ਜੀ ਦਾ ਇੱਕ ਪਾਵਨ ਸ਼ਬਦ ਵੀ ਹੈ, ਨਰੂ ਮਰੈ ਨਰ ਕਾਮ ਨਾ ਆਵੇ, ਪਸ਼ੂ ਮਰੈ ਦਸ ਕਾਜ ਸਵਾਰੇ। ਨਰੂ ਦਾ ਮਤਲਬ ਇਨਸਾਨੀਅਤ। ਜਦੋਂ ਕਿਸੇ ਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ ਤੇ ਉਹ ਨਰ, ਉਹ ਬੰਦਾ ਕਿਸੇ ਦੇ ਕੰਮ ਨਹੀਂ ਆਉਂਦਾ। ਪਸ਼ੂ ਮਰੈ, ਜਦੋਂ ਉਹਦੇ ਅੰਦਰੋਂ ਪਸ਼ੂਪੁਣਾ ਮਰਦਾ ਹੈ। 10 ਕਾਜ ਸਵਾਰੈ, ਉਹ ਫਿਰ 10 ਕਾਜ ਦਾ ਮਤਲਬ ਬਹੁਤ ਸਾਰੇ ਕਾਰਜ ਸਵਾਰਦਾ ਹੈ, ਲੋਕਾਂ ਦੇ ਕੰਮ ਆਉਂਦਾ ਹੈ, ਲੋਕਾਂ ਦੇ ਕਾਰਜ ਵੰਗਾਰਦਾ ਨਹੀਂ, ਕੰਮ ਸਵਾਰਦਾ ਹੈ। ਤੇ ਜਦੋਂ ਅਸੀਂ ਆਮ ਜ਼ਿੰਦਗੀ ਵੱਲ ਵੇਖਦੇ ਹਾਂ ਤਾਂ ਇਨਸਾਨੀਅਤ ਬੰਦੇ ਦੇ ਅੰਦਰੋਂ ਬਹੁ ਗਿਣਤੀ ਵਿੱਚ ਮਰੀ ਹੋਈ ਨਜ਼ਰੀ ਪੈਂਦੀ ਹੈ। ਦੇਖੋ ਇਹ ਕਿੰਨੇ ਚੰਗੇ ਦੇਸ਼ ਨੇ, ਡਿਵੈਲਪ ਦੇਸ਼ ਨੇ, ਇਹਨਾਂ ਦੇਸ਼ਾਂ ਦੇ ਵਿੱਚ ਕਾਨੂੰਨ ਵੀ ਲਾਗੂ ਨੇ, ਪਰ ਫਿਰ ਵੀ ਇੱਥੇ ਬਹੁਤੇ ਵਾਰੀ ਕਈ ਵਾਰੀ ਫੋਨ ਖੋਹ ਕੇ ਭੱਜ ਜਾਂਦਾ ਕੋਈ ਬੰਦਾ, ਲੁੱਟ ਖਸੁੱਟ ਇੱਥੇ ਵੀ ਹੋ ਜਾਂਦੀ ਹੈ, ਚੋਰੀਆਂ ਇੱਥੇ ਵੀ ਹੁੰਦੀਆਂ ਨੇ, ਇੱਥੇ ਵੀ ਲੋਕ ਗੜਬੜ ਕਰਦੇ ਨੇ ਨਾ, ਡਰੱਗੀ ਇੱਥੇ ਵੀ ਫਿਰਦੇ ਨੇ। ਤਾਂ ਹਰ ਥਾਂ ਦੇ ਉੱਤੇ ਹੀ ਐਸਾ ਹੈ ਨਾ ਕਿ ਜਿੱਥੇ ਇਨਸਾਨੀਅਤ ਦੀ ਮੌਤ ਹੋ ਚੁੱਕੀ ਹੁੰਦੀ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜਿਹਦੇ ਅੰਦਰੋਂ ਇਨਸਾਨੀਅਤ ਮਰ ਚੁੱਕੀ ਹੈ, ਰੱਬ ਉਹਨੂੰ ਵੀ ਇਨਸਾਨੀਅਤ ਬਖਸ਼ਿਸ਼ ਕਰਨ ਵਾਲਾ ਹੈ, ਉਹਨੂੰ ਵੀ ਆਤਮਿਕ ਜੀਵਨ ਦੇਣ ਯੋਗ ਹੈ, ਯਾਨੀ ਉਹ ਵੀ ਆਤਮਿਕ ਜ਼ਿੰਦਗੀ ਜੀ ਸਕਦਾ ਹੈ। ਜਿਹਦੀਆਂ ਖੁਸ਼ੀਆਂ ਖਤਮ ਹੋ ਚੁੱਕੀਆਂ ਨੇ, ਉਸ ਬੰਦੇ ਦੀ ਜ਼ਿੰਦਗੀ ਦੇ ਅੰਦਰ ਵੀ ਖੁਸ਼ਹਾਲੀ ਆ ਸਕਦੀ ਹੈ। ਜੋ ਡਿਪਰੈਸ਼ਨ ਆਦਿਕ ਦਾ ਸ਼ਿਕਾਰ ਹੋ ਚੁੱਕਾ ਹੈ, ਉਹ ਇਹਨਾਂ ਚੀਜ਼ਾਂ ਤੋਂ ਬਾਹਰ ਆ ਸਕਦਾ ਹੈ। ਰੱਬ ਜਿਹੜਾ ਹੈ ਆਤਮਿਕ ਮੌਤੇ ਮਰੇ ਬੰਦੇ ਨੂੰ ਆਤਮਿਕ ਜੀਵਨ ਦੇਣ ਯੋਗ ਹੈ। ਇੱਥੇ ਆਤਮਿਕ ਮੌਤ ਦੀ ਗੱਲ ਹੈ। ਤਾਂ ਜੇ ਅਸੀਂ ਦੇਖਦੇ ਹਾਂ ਇਸ ਸਮਾਜ ਵਿੱਚ ਇਨਸਾਨ ਆਤਮਿਕ ਜ਼ਿੰਦਗੀ ਜੀਣ ਵਾਲੇ ਹੋਣ, ਜਾਂ ਸਾਡੇ ਆਪਣੇ ਖੁਦ ਦੇ ਅੰਦਰ ਕਿਤੇ ਕੋਈ ਕਮੀ ਪੇਸ਼ੀ ਹੈ ਜਿੱਥੋਂ ਕਿ ਇਨਸਾਨੀਅਤ ਨਹੀਂ ਝਲਕਦੀ, ਇਨਸਾਨੀਅਤ ਮਰੀ ਹੋਈ ਨਜ਼ਰੀ ਪੈਂਦੀ ਹੈ, ਜਾਂ ਕਿਤੇ ਅਸੀਂ ਆਪਣੇ ਫਰਜ਼ਾਂ ਤੋਂ ਭਗੌੜ ਰਹੇ ਹਾਂ, ਤਾਂ ਗੁਰੂ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਅੰਦਰ ਆਤਮਿਕ ਜੀਵਨ ਪੈਦਾ ਕਰਨਾ ਚਾਹੀਦਾ ਹੈ। ਪੋਸੀਬਿਲਿਟੀ ਹਰ ਇੱਕ ਦੇ ਅੰਦਰ ਹੈ, ਹਰ ਇਨਸਾਨ ਆਤਮਿਕ ਜ਼ਿੰਦਗੀ ਜੀ ਸਕਦਾ ਹੈ, ਰੱਬ ਉਹਨੂੰ ਵੀ ਦਾਤਾਂ ਦੇਣ ਜੋਗਾ ਹੈ। ਗੁਰੂ ਦੀ ਪਾਵਨ ਬਾਣੀ ਰਾਹੀਂ ਐਸੀ ਜ਼ਿੰਦਗੀ ਮਿਲ ਸਕਦੀ ਹੈ। ਭੁੱਖੈ ਕਉ ਦੇਵਤ ਆਧਾਰ, ਜਿਹੜਾ ਭੁੱਖਾ ਹੈ ਉਹਨੂੰ ਰੱਬ ਆਧਾਰ ਦਿੰਦਾ ਹੈ, ਆਸਰਾ ਦਿੰਦਾ ਹੈ। ਹੁਣ ਭੁੱਖਾ ਕੌਣ ਹੈ? ਜਿਹਦੇ ਅੰਦਰ ਸੰਤੋਖ ਨਹੀਂ ਹੈ। ਇੱਕ ਤਾਂ ਸਰੀਰਕ ਭੁੱਖ ਹੈ ਕਿ ਉਹਨੂੰ ਰੋਟੀ ਪਾਣੀ ਨਹੀਂ ਮਿਲਦਾ। ਐਸੇ ਭੁੱਖੇ ਇਸ ਦੁਨੀਆ ਵਿੱਚ ਹੈ ਨੇ ਜਿਨ੍ਹਾਂ ਨੂੰ ਕਈ ਵਾਰ ਦਿਨ ਦੇ ਵਿੱਚ ਸਾਰਾ ਦਿਨ ਹੀ 2 ਟਾਈਮ ਹੀ ਭੁੱਖੇ ਰਹਿਣਾ ਪੈ ਜਾਂਦਾ ਹੈ। ਕਈਆਂ ਲੋਕਾਂ ਨੂੰ 2 ਟਾਈਮ ਦੀ ਰੋਟੀ ਨਹੀਂ ਮਿਲਦੀ। ਇਹ ਇੱਕ ਹਕੀਕਤ ਹੈ, ਇਹ ਸਾਡੇ ਸਿਸਟਮ ਕਰਕੇ ਹੈ। ਲੇਕਿਨ ਅਸਲ ਭੁੱਖਾ ਕੌਣ ਹੈ? ਅਸਲ ਭੁੱਖਾ ਉਹ ਹੈ ਜਿਹਨੂੰ ਸੰਤੋਖ ਨਹੀਂ ਹੈ। ਅਸੀਂ ਇਸ ਦੁਨੀਆ ਵਿੱਚ ਵੇਖਦੇ ਹਾਂ ਕਿਤਨਾ ਧਨ ਦੌਲਤ ਹੈ ਲੋਕਾਂ ਦੇ ਕੋਲ। ਹੁਣ ਇੱਕ ਬੰਦਾ 80-90 ਹਜ਼ਾਰ ਰੁਪਇਆ ਤਨਖਾਹ ਲੈਂਦਾ ਹੈ ਤੇ ਉਹਦੇ ਨਾਲ ਉਹਦਾ ਪੇਟ ਨਹੀਂ ਭਰ ਰਿਹਾ, ਉਹ 250-300 ਰੁਪਇਆ ਦਿਹਾੜੀ ਲੈਣ ਵਾਲੇ ਤੋਂ ਰਿਸ਼ਵਤ ਮੰਗ ਰਿਹਾ ਹੈ। ਭੁੱਖਾ ਹੀ ਹੈ ਨਾ ਉਹ, ਉਹਨੂੰ ਕਿਵੇਂ ਰਜਾਓਗੇ? ਕਿਸੇ ਦੇ ਬੱਚੇ ਦੀ ਸ਼ਾਦੀ ਹੈ ਤੇ ਉਹ ਬੇਟੀ ਵਾਲਿਆਂ ਤੋਂ ਦਹੇਜ ਮੰਗ ਰਿਹਾ ਹੈ ਕਿ ਸਾਨੂੰ 25 ਛਾਪਾਂ ਚਾਹੀਦੀਆਂ ਨੇ ਮਿਲਣੀ ਦੀਆਂ, ਸਾਡਾ ਮਤਲਬ ਸੇਵਾ ਤੁਸੀਂ ਜਿਹੜੀ ਉਹ ਕਿਸੇ ਹੋਟਲ ਦੇ ਵਿੱਚ ਕਰਨੀ। ਉਹ ਸਜ਼ਾ ਨੂੰ ਸੇਵਾ ਕਹਿ ਰਹੇ ਨੇ। ਸੇਵਾ ਐਵੇਂ ਥੋੜੀ ਹੁੰਦੀ ਹੈ। ਸੇਵਾ ਤੇ ਅਗਲਾ ਜਿਹੜਾ ਮਤਲਬ ਸ਼ਰਧਾ ਨਾਲ ਪਿਆਰ ਦੇ ਨਾਲ ਤੁਹਾਡਾ ਸਹਿਯੋਗ ਕਰੇ, ਸੇਵਾ ਤੇ ਉਹ ਤੇ ਦੰਨ ਹੈ। ਦੰਨ ਨੂੰ ਸੇਵਾ ਸਮਝਦੇ ਨੇ। ਬਰਾਤ ਦੀ ਸੇਵਾ ਕਰਦੇ ਹੋ, ਸ਼ਰਾਬ ਨਾਲ ਬੰਦਾ ਪੁੱਛੇ ਵੀ ਸੇਵਾ ਹੁੰਦੀ ਹੈ। ਇਹਨੂੰ ਭੁੱਖ ਕਹਿੰਦੇ ਨੇ, ਲਾਲਚ ਨੂੰ।
ਤਾਂ ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਲਾਲਚ ਦੀ ਭੁੱਖ ਹੈ, ਜਿਨ੍ਹਾਂ ਦੇ ਅੰਦਰ ਮਾਨਸਿਕ ਸ਼ਾਂਤੀ ਨਹੀਂ, ਜਿਨ੍ਹਾਂ ਦੇ ਅੰਦਰ ਸੰਤੋਸ਼ ਨਹੀਂ ਹੈ, ਗੁਰੂ ਉਹਨਾਂ ਨੂੰ ਆਧਾਰ ਦੇਣ ਵਾਲਾ ਹੈ। ਗੁਰੂ ਦੀ ਪਾਵਨ ਬਾਣੀ ਰਾਹੀਂ ਭੁੱਖ ਮਿਟ ਜਾਂਦੀ ਹੈ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ। ਦ੍ਰਿਸ਼ਟੀ ਦਾ ਮਤਲਬ ਨਜ਼ਰ, ਨਿਧਾਨ ਦਾ ਮਤਲਬ ਖਜ਼ਾਨੇ। ਸਾਰੇ ਸੁੱਖਾਂ ਦੇ ਖਜ਼ਾਨੇ ਜਿਸ ਰੱਬ ਦੀ ਮਿਹਰ ਦੀ ਨਜ਼ਰ ਵਿੱਚ ਨੇ। ਰੱਬ ਦੀ ਮਿਹਰ ਦੀ ਨਜ਼ਰ ਹੋ ਜਾਏ, ਗੁਰੂ ਦੀ ਮਿਹਰ ਦੀ ਨਜ਼ਰ ਹੋ ਜਾਏ ਤਾਂ ਸਾਰੇ ਸੁੱਖਾਂ ਦੇ ਖਜ਼ਾਨੇ ਮਿਲ ਜਾਂਦੇ ਨੇ। ਉਹਦੀ ਮਿਹਰ ਦੀ ਨਜ਼ਰ ਵਿੱਚ ਸਾਰੇ ਸੁੱਖਾਂ ਦੇ ਖਜ਼ਾਨੇ ਨੇ। ਤੇ ਇਹ ਚੀਜ਼ ਸਮਝ ਲੈਣਾ, ਉਹ ਖਜ਼ਾਨੇ ਮੇਰੇ ਕੋਲ ਵੀ ਭਰੇ ਪਏ ਨੇ, ਉਹ ਤੁਹਾਡੇ ਕੋਲ ਵੀ ਭਰੇ ਪਏ ਨੇ। ਪੂਰੀ ਦੁਨੀਆ ਦੇ ਜ਼ਰਰੇ ਜ਼ਰਰੇ ਦੇ ਅੰਦਰ ਸੁੱਖਾਂ ਦੇ ਖਜ਼ਾਨੇ ਨੇ। ਤੇ ਰੱਬ ਜਾਂ ਗੁਰੂ ਦੀ ਮਿਹਰ ਦਾ ਮਤਲਬ ਹੈ ਗੁਰੂ ਦਾ ਗਿਆਨ ਹਾਸਲ ਕਰਨਾ। ਜੇ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਵੀਏ ਤਾਂ ਸਾਨੂੰ ਸਾਰੇ ਸੁੱਖਾਂ ਦੇ ਖਜ਼ਾਨੇ ਮਿਲ ਜਾਣਗੇ। ਕਿਉਂਕਿ ਸੁੱਖ ਔਰ ਦੁੱਖ ਸਾਡੀ ਸੋਚ ਤੇ ਡਿਪੈਂਡ ਕਰਦੇ ਨੇ। ਸੋਚ ਤੇ ਡਿਪੈਂਡ ਕਰਦੇ ਨੇ ਕਿ ਅਸੀਂ ਕਿਵੇਂ ਸੋਚਦੇ ਹਾਂ। ਜਿਵੇਂ ਹੁਣੇ ਥੋੜੀ ਦੇਰ ਪਹਿਲਾਂ ਤੁਸੀਂ ਬਰਸਾਤ ਦੀ ਮੌਸਮ ਦੀ ਗੱਲ ਕਰ ਰਹੇ ਸੀ ਨਾ, ਕਲਾਸ ਸ਼ੁਰੂ ਹੋਣ ਤੋਂ ਪਹਿਲਾਂ। ਤਾਂ ਹੁਣ ਮੌਸਮ ਹੈ, ਮੌਸਮ ਨੇ ਬਦਲਣਾ ਤੇ ਹੈ ਨਹੀਂ। ਬਰਸਾਤ ਹੋ ਰਹੀ ਹੈ ਤਾਂ ਬਰਸਾਤ ਤੇ ਹੋ ਹੀ ਰਹੀ ਹੈ। ਹੁਣ ਇਸ ਬਰਸਾਤ ਨੂੰ ਅਸੀਂ ਕਿਵੇਂ ਦੇਖਦੇ ਹਾਂ? ਇੱਕ ਬੰਦਾ ਤੇ ਦੇਖਦਾ ਹੈ ਕਿ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ, ਹੁਣ ਬਿਜਲੀ ਕੜਕੇਗੀ, ਕਿਸੇ ਦੇ ਉੱਤੇ ਬਿਜਲੀ ਡਿੱਗੇਗੀ, ਲੋਕ ਮਰਨਗੇ, ਮੀਂਹ ਆਏਗਾ, ਹੜ੍ਹ ਆ ਜਾਣਗੇ, ਸ਼ਹਿਰ ਰੁੜ ਜਾਣਗੇ, ਫਸਲਾਂ ਦੀ ਬਰਬਾਦੀ ਹੋ ਜਾਏਗੀ, ਬਾਹਰ ਨਹੀਂ ਨਿਕਲਿਆ ਜਾਣਾ। ਕੁਛ ਇੱਕ ਤਾਂ ਨੈਗੇਟਿਵ ਸੋਚੀ ਜਾ ਰਿਹਾ, ਤੇ ਦੂਜਾ ਬਰਸਾਤ ਬਾਰੇ ਸੋਚਦਾ ਹੈ ਕਿ ਬਰਸਾਤ ਪੈਗੀ, ਪਹਾੜਾਂ ਦੇ ਉੱਤੇ ਹਰਿਆਵਲ ਹੋਏਗੀ, ਨਦੀਆਂ ਵਿੱਚ ਪਾਣੀ ਆਏਗਾ, ਫਸਲਾਂ ਹਰੀਆਂ ਹੋਣਗੀਆਂ, ਸ਼ਾਂਤੀ ਬਣੇਗੀ। ਚਲੋ ਹੋਰ ਨਹੀਂ ਤੇ ਅੱਜ ਬਰਸਾਤ ਤੇ ਹੁਣ ਪੂੜੇ ਹੀ ਕੱਢ ਕੇ ਖਾ ਲੈਂਦੇ ਆ, ਪਕੌੜੇ ਖਾਂਦੇ ਆ। ਕਹਿਣ ਤੋਂ ਭਾਵ ਉਹ ਪੋਜ਼ਿਟਿਵ ਸੋਚ ਰਿਹਾ। ਜ਼ਿੰਦਗੀ ਜੀਣ ਦਾ ਢੰਗ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਸੁੱਖ ਪੈਦਾ ਕਰੋਗੇ ਜਾਂ ਦੁੱਖ ਪੈਦਾ ਕਰੋਗੇ। ਇਸ ਲਈ ਗੁਰੂ ਦੇ ਗਿਆਨ ਦੇ ਅੰਦਰ ਸਾਰੇ ਸੁੱਖਾਂ ਦੇ ਖਜ਼ਾਨੇ ਨੇ। ਜੇ ਬੰਦਾ ਗਿਆਨ ਦੀ ਸਹੀ ਵਰਤੋਂ ਕਰੇ ਤਾਂ ਹਰ ਥਾਂ ਤੇ ਸੁੱਖ ਹੈ। ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਗਿਆਨ ਦੇ ਨਾਲ ਕਿਸੇ ਡਾਕਟਰ ਨੇ, ਵਿਗਿਆਨਕਾਂ ਨੇ ਅੰਗੂਰਾਂ ਤੋਂ ਦਵਾਈ ਬਣਾ ਲਈ, ਅੰਗੂਰ ਤੋਂ ਦਵਾਈ ਬਣਾਈ, ਉਸ ਦਵਾਈ ਦੇ ਨਾਲ ਕਈਆਂ ਦੇ ਰੋਗ ਦੂਰ ਹੋਏ। ਤੇ ਦੂਜੇ ਬੰਦੇ ਨੇ ਉਸੇ ਗਿਆਨ ਨੂੰ ਵਰਤ ਕੇ, ਆਪਣੇ ਗਿਆਨ ਨੂੰ, ਤੇ ਅੰਗੂਰਾਂ ਤੋਂ ਸ਼ਰਾਬ ਬਣਾ ਲਈ, ਤੇ ਸ਼ਰਾਬ ਦੇ ਨਾਲ ਆਪਣੀਆਂ ਕਿਡਨੀਆਂ ਖਰਾਬ ਕਰ ਲਈਆਂ, ਆਪਣਾ ਲੀਵਰ ਖਰਾਬ ਕਰ ਲਿਆ, ਪੈਸੇ ਖਰਾਬ ਕਰ ਲਏ, ਰਿਸ਼ਤੇ ਨਾਤੇ ਖਰਾਬ ਕਰ ਲਏ। ਦਿਮਾਗ ਦੋਵਾਂ ਨੇ ਵਰਤਿਆ, ਕਿਉਂਕਿ ਦਿਮਾਗ ਵਰਤਨ ਤੋਂ ਬਿਨਾਂ ਬੁਰਾਈ ਵੀ ਨਹੀਂ ਹੁੰਦੀ। ਬੁਰਾਈਆਂ ਵਾਸਤੇ ਦਿਮਾਗ ਚਾਹੀਦਾ ਨਾ। ਜੇ ਘਰ ਬੈਠੇ ਕਿਸ ਦਾ ਬੈਂਕ ਖਾਤਾ ਹੈਕ ਕਰਨਾ ਤੇ ਐਵੇਂ ਥੋੜੀ ਸਾਡੇ ਵਰਗਾ ਥੋੜਾ ਕਰ ਸਕਦੇ ਨੇ, ਗਿਆਨ ਚਾਹੀਦਾ ਨਾ। ਲੇਕਿਨ ਉਸ ਗਿਆਨ ਦੀ ਗਲਤ ਵਰਤੋਂ ਹੈ। ਜੇ ਗਿਆਨ ਦੀ ਵਰਤੋਂ ਸਹੀ ਕਰੋਗੇ, ਜ਼ਿੰਦਗੀ ਅੰਦਰ ਸੁੱਖ ਪੈਦਾ ਹੋਣਗੇ। ਗਿਆਨ ਦੀ ਵਰਤੋਂ ਗਲਤ ਕਰੋਗੇ, ਜ਼ਿੰਦਗੀ ਵਿੱਚ ਦੁੱਖ ਪੈਦਾ ਹੋਣਗੇ। ਚੁਆਇਸ ਤੁਹਾਡੀ ਆਪਣੀ ਹੈ। ਸੁੱਖ ਚਾਹੁੰਦੇ ਹੋ, ਦੁੱਖ ਚਾਹੁੰਦੇ ਹੋ। ਘਰ ਦੇ ਅੰਦਰ ਪਤੀ ਪਤਨੀ ਨੇ, ਭੈਣ ਭਰਾ ਨੇ, ਜ਼ਬਾਨ ਨੂੰ ਤੁਸੀਂ ਕਿਵੇਂ ਵਰਤੋਗੇ? ਪਿਆਰ ਮੁਹੱਬਤ ਲਈ ਜਾਂ ਕਿ ਦੂਰੀਆਂ ਵਧਾਉਣ ਲਈ? ਤਾਂ ਗੁਰੂ ਜੀ ਕਹਿੰਦੇ ਨੇ ਗੁਰੂ ਦੇ ਗਿਆਨ ਦੇ ਅੰਦਰ ਸਾਰੇ ਖਜ਼ਾਨੇ ਨੇ ਸੁੱਖਾਂ ਦੇ। ਇਸ ਲਈ ਤੁਸੀਂ ਸੁੱਖ ਮਾਣ ਸਕਦੇ ਹੋ ਗੁਰੂ ਜੀ ਤੋਂ ਵੇ ਆਫ ਲਾਈਫ ਲੈ ਕੇ। ਪੁਰਬ ਲਿਖੇ ਕਾ ਲਹਿਣਾ ਪਾਹੇ। ਲਹਿਣਾ ਦਾ ਮਤਲਬ ਪਿਛਲੇ ਕੰਮਾਂ ਦਾ ਲੇਖਾ, ਜੋ ਲਿਖਿਆ ਹੋਇਆ ਹੈ ਉਹਦਾ ਫਲ ਮਿਲਦਾ ਹੈ। ਪੁਰਬ ਲਿਖੇ ਕਾ, ਪਿਛਲੇ ਲੇਖਾਂ ਦਾ ਫਲ ਮਿਲਦਾ ਹੈ। ਇਸ ਪੰਕਤੀ ਦੀ ਵਿਆਖਿਆ ਜਿਹੜੀ ਹੈ, ਇੰਟਰਪ੍ਰੀਟੇਸ਼ਨ ਹੈ, ਬਹੁਤ ਗਲਤ ਕੀਤਾ ਗਿਆ ਹੈ। ਔਰ ਇਹਨੇ ਆਮ ਜੋ ਬੰਦਾ ਹੈ ਉਹਨੂੰ ਕੁਰਾਏ ਪਾਇਆ ਹੈ। ਤੇ ਇਹਨਾਂ ਕਿਸਮਤ ਕਰਕੇ ਔਰ ਲੇਖਾ ਜੋਖਾ ਕਰਕੇ ਜਿਹੜਾ ਪੁਜਾਰੀ ਵਰਗ ਹੈ, ਉਹਨੇ ਆਮ ਮਨੁੱਖਤਾ ਨੂੰ ਲੁੱਟਿਆ ਹੈ। ਆਰਥਿਕ ਔਰ ਮਾਨਸਿਕ ਤੌਰ ਤੇ ਲੁੱਟ ਕੀਤੀ ਹੈ। ਔਰ ਬੰਦੇ ਦੇ ਰਾਹਾਂ ਦੇ ਅੰਦਰ, ਤਰੱਕੀ ਦੇ ਰਾਹਾਂ ਦੇ ਅੰਦਰ ਬਹੁਤ ਸਾਰੇ ਰੋੜੇ ਅਟਕਾਏ ਨੇ। ਜੇ ਕਿਸੇ ਨੂੰ ਦੁੱਖ ਹੈ ਨਾ, ਤੇ ਉਹਨੂੰ ਕਹਿ ਦਿੱਤਾ ਤੇਰੀ ਕਿਸਮਤ 'ਚ ਲਿਖਿਆ ਹੈ, ਪਿਛਲੇ ਜਨਮਾਂ ਦਾ ਫਲ ਹੈ, ਤੈਨੂੰ ਭੋਗਣਾ ਪੈਣਾ। ਹੁਣ ਅਗਲਾ ਸੋਚਦਾ ਵੀ ਯਾਰ ਪਿਛਲੇ ਜਨਮਾਂ ਦਾ ਫਲ ਹੈ, ਮੇਰੀ ਕਿਸਮਤ 'ਚ ਲਿਖਿਆ ਤੇ ਭੋਗਣਾ ਹੀ ਪੈਣਾ। ਤਾਂ ਉਹ ਅਵੇਸਲਾ ਹੋ ਗਿਆ ਨਾ, ਦੁੱਖ ਭੋਗ ਹੀ ਜਾਏਗਾ ਸਾਰੀ ਜ਼ਿੰਦਗੀ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਗਏ ਨਾ ਭਾਈ ਲਾਲੋ ਦੇ ਕੋਲ, ਤੇ ਮਲਕ ਭਾਗੋ ਦੇ ਘਰ ਲੱਗਾ ਸੀ ਉਦੋਂ ਲੰਗਰ, ਪੂੜੇ, ਖੀਰ ਵਗੈਰਾ। ਗੁਰੂ ਨਾਨਕ ਦੇਵ ਜੀ ਨੂੰ ਬੁਲਾਇਆ, ਗੁਰੂ ਨਾਨਕ ਦੇਵ ਜੀ ਨਹੀਂ ਗਏ। ਬਾਰ-ਬਾਰ ਬੁਲਾਉਣ ਤੇ ਜਦੋਂ ਗਏ
ਔਰ ਉੱਥੇ ਜਾ ਕੇ ਉਹਨੇ ਕਿਹਾ ਜਦੋਂ ਮਲਕ ਭਾਗੋ ਨੇ ਕਿ ਬਾਬਾ ਵੇਖ ਮੇਰੇ ਘਰ ਦੇਸੀ ਘਿਓ ਦੇ ਪੂੜੇ, ਦੇਸੀ ਘਿਓ ਦੀਆਂ ਜਲੇਬੀਆਂ, ਖੀਰ ਕੜਾ, ਕਿੰਨਾ ਦਹੀਂ ਭੱਲੇ, ਕਿੰਨਾ ਕੁਛ ਬਣਿਆ ਹੋਇਆ ਹੈ, ਕਿੰਨੇ ਸੋਹਣੇ ਬੈੱਡ ਲੱਗੇ ਨੇ, ਕਿੰਨਾ ਸੋਹਣਾ ਮੇਰਾ ਮਹਿਲ ਹੈ, ਤੇ ਜਿਸ ਭਾਈ ਲਾਲੋ ਦੇ ਘਰ ਰਹਿ ਰਿਹਾ ਰੁੱਖੀ ਰੋਟੀ, ਅਲਾਣੇ ਮੰਜੇ, ਮੇਰੇ ਘਰ ਵਿੱਚ ਕਿਉਂ ਨਹੀਂ ਆਇਆ? ਇੰਨੀ ਸਫਾਈ ਦੇ ਨਾਲ ਬਣੇ ਨੇ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਭੱਲੇ ਪੁਰਸ਼ਾ, ਇਹ ਦੇਸੀ ਘਿਓ ਵਿੱਚ ਨਹੀਂ ਤਲੇ, ਇਹ ਇਹਨਾਂ ਗਰੀਬਾਂ ਦੇ ਖੂਨ ਵਿੱਚ ਤਲੇ ਹੋਏ ਨੇ। ਤੇ ਉੱਥੇ ਸਵਾਲ ਕੀਤਾ ਵੀ ਤੁਸੀਂ ਗਰੀਬ ਕਿਉਂ ਹੋ ਤੇ ਇਹ ਅਮੀਰ ਕਿਉਂ ਹੈ? ਤੇ ਜਿਹੜੇ ਉੱਥੇ ਪੁਜਾਰੀ ਬੈਠੇ ਸਨ ਨਾ, ਉਹਨੇ ਉੱਤਰ ਦਿੱਤਾ ਵੀ ਇਹ ਗਰੀਬ ਤਾਂ ਨੇ, ਇਹਨਾਂ ਦੀ ਕਿਸਮਤ ਲਿਖੀ ਰੱਬ ਨੇ ਵੀ ਗਰੀਬ ਰਹਿਣਗੇ, ਇਹਨਾਂ ਦੀ ਪਿਛਲੇ ਜਨਮਾਂ ਦੇ ਫਲ ਨੇ, ਇਹ ਗਰੀਬੀ ਇਹਨਾਂ ਦੀ ਕਿਸਮਤ ਵਿੱਚ ਲਿਖੀ ਹੈ, ਤੇ ਇਹ ਬਾਦਸ਼ਾਹ ਦੀ ਕਿਸਮਤ ਵਿੱਚ ਅਮੀਰੀ ਲਿਖੀ ਹੈ ਤਾਂ ਇਹ ਅਮੀਰ ਹੈ। ਹੁਣ ਲੋਕਾਂ ਨੇ ਇਸ ਚੀਜ਼ ਨੂੰ ਮੰਨ ਲਿਆ, ਤੇ ਜਿਹੜਾ ਬਾਦਸ਼ਾਹ ਹੈ ਉਹ ਉਹਨਾਂ ਦਾ ਆਰਥਿਕ ਔਰ ਮਾਨਸਿਕ ਸ਼ੋਸ਼ਣ ਕਰੀ ਜਾ ਰਿਹਾ ਹੈ। ਤੇ ਬ੍ਰਾਹਮਣ ਨੇ ਜਾਂ ਪੁਜਾਰੀ ਨੇ ਇਹ ਗੱਲ ਲਿਖਣ ਵਾਸਤੇ ਆਪਣੇ ਵਾਸਤੇ ਵੀ ਲਿਖ ਲਿਆ ਕਿ ਜਿਹੜਾ ਪੁਜਾਰੀ ਹੈ, ਜੇਕਰ ਉਹ ਚੋਰੀ ਕਰਨ ਦੀ ਲੋੜ ਉਹਨੂੰ ਪੈਂਦੀ ਹੈ ਤਾਂ ਇਹਦੀ ਸਜ਼ਾ ਪੁਜਾਰੀ ਨੂੰ, ਬ੍ਰਾਹਮਣ ਨੂੰ ਨਹੀਂ ਮਿਲਣੀ ਚਾਹੀਦੀ, ਬਾਦਸ਼ਾਹ ਨੂੰ ਮਿਲਣੀ ਚਾਹੀਦੀ ਹੈ, ਕਿਉਂਕਿ ਉਸ ਬਾਦਸ਼ਾਹ ਨੇ ਪੁਜਾਰੀ ਦਾ ਇੰਤਜ਼ਾਮ ਨਹੀਂ ਕੀਤਾ ਤਾਂ ਉਹਨੇ ਚੋਰੀ ਕੀਤੀ ਹੈ। ਅਖੌਤੀ ਨੀਵੀਂ ਜਾਤਾਂ ਦਾ ਬੰਦਾ ਜੇ ਕਰੈਕਟਰ ਦਾ ਉੱਚਾ ਸੁੱਚਾ ਹੋਵੇ ਤਾਂ ਵੀ ਉਹ ਪੂਜਣਯੋਗ ਨਹੀਂ, ਪਰ ਜਿਹੜਾ ਬ੍ਰਾਹਮਣ ਹੈ ਉਹ ਕਰੈਕਟਰਲੈਸ ਵੀ ਹੋਵੇ ਤਾਂ ਵੀ ਉਹ ਪੂਜਣਯੋਗ ਹੈ। ਇਹ ਰਾਜਨੀਤਿਕ ਲੋਕਾਂ ਨੇ ਔਰ ਪੁਜਾਰੀ ਨੇ ਮਿਲ ਕੇ ਆਮ ਜਨਤਾ ਦਾ ਸ਼ੋਸ਼ਣ ਕੀਤਾ। ਗੁਰੂ ਨਾਨਕ ਦੇਵ ਨੇ ਕਿਹਾ ਭਲਿਓ, ਕਿਸਮਤ ਕਰਕੇ ਨਹੀਂ ਗਰੀਬ ਤੁਸੀਂ, ਸਿਸਟਮ ਕਰਕੇ ਗਰੀਬ ਹੋ। ਇਹ ਮਲਕ ਭਾਗੋ ਵਰਗੇ ਤੁਹਾਨੂੰ ਲੁੱਟ ਰਹੇ ਨੇ। ਇਹ ਜੋ ਜ਼ਮੀਨ ਹੈ ਇਹ ਕਿਸਾਨ ਦੀ ਹੋਣੀ ਚਾਹੀਦੀ ਹੈ। ਤੁਹਾਡਾ ਆਰਥਿਕ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ, ਤੁਹਾਡੇ ਇਹ ਹੱਕ ਖਾ ਰਿਹਾ ਹੈ, ਤਾਂ ਤੁਸੀਂ ਗਰੀਬ ਹੋ, ਕਿਉਂਕਿ ਤੁਸੀਂ ਆਪਣੇ ਹੱਕ ਨਹੀਂ ਮੰਗ ਰਹੇ। ਸਿਸਟਮ ਕਰਕੇ ਗਰੀਬੀ ਹੈ, ਕਿਸਮਤ ਕਰਕੇ ਨਹੀਂ। ਹੁਣ ਇਹਨਾਂ ਦੇਸ਼ਾਂ ਵੱਲ ਅਸੀਂ ਦੇਖਦੇ ਹਾਂ, ਇੱਥੇ ਸਾਰਿਆਂ ਨੂੰ ਰੋਟੀ ਪਾਣੀ ਮਿਲਦਾ ਹੈ ਨਾ, ਤੇ ਇੰਡੀਆ ਪ੍ਰੋਬਲਮ ਹੈ ਨਾ, ਤਾਂ ਇਹਦਾ ਮਤਲਬ ਵੀ ਸਾਰੇ ਚੰਗੀ ਕਿਸਮਤ ਵਾਲੇ ਇੱਥੇ ਨੇ ਲੋਕ, ਇੰਡੀਆ ਸਾਰੇ ਮਾੜੀ ਕਿਸਮਤ ਵਾਲੇ ਨੇ, ਪਾਕਿਸਤਾਨ, ਬੰਗਲਾਦੇਸ਼ ਜਾਂ ਅਫਗਾਨਿਸਤਾਨ ਮਾੜੀ ਕਿਸਮਤ ਵਾਲੇ ਨੇ। ਕਿਸਮਤ ਕਰਕੇ ਦੁੱਖ ਨਹੀਂ, ਸਿਸਟਮ ਕਰਕੇ ਦੁੱਖ ਹੈ, ਕਿਉਂਕਿ ਅਸੀਂ ਸਿਸਟਮ ਨੂੰ ਉੱਥੇ ਗੰਧਲਾ ਕੀਤਾ ਹੈ, ਗੰਦਾ ਕੀਤਾ ਹੈ। ਜਿੱਥੇ 2 ਬੋਤਲਾਂ ਸ਼ਰਾਬ ਦੀਆਂ ਲੈ ਕੇ ਤੁਸੀਂ ਵੋਟ ਦਿਓਗੇ, ਫਿਰ 5 ਸਾਲ ਜੁੱਤੀ ਖਾਓਗੇ, ਹੋਰ ਕੀ ਕਰੋਗੇ? ਸਿਸਟਮ ਗਲਤ ਹੈ। ਇਸ ਲਈ ਪੁਰਬ ਲਿਖੇ ਕਾ ਲਹਿਣਾ ਪਾਹੇ, ਪੁਰਬ ਦਾ ਮਤਲਬ ਪਿਛਲੇ ਜਨਮ ਨਹੀਂ, ਇਹ ਜਨਮ ਦਾ ਪਾਸਟ ਜੋ ਬੀਤਿਆ ਹੈ, ਜਿਹੜਾ ਹੁਣ ਤੱਕ ਮੈਂ ਕੱਲ ਤੱਕ ਜਾਂ ਅੱਜ ਤੱਕ ਜ਼ਿੰਦਗੀ ਜੀ ਚੁੱਕਾ ਹਾਂ, ਇਹਦੇ ਵਿੱਚ ਜੋ ਮੈਂ ਲਿਖਿਆ ਹੈ, ਜੈਸਾ ਮੈਂ ਆਪਣਾ ਸੁਭਾਅ ਬਣਾ ਲਿਆ ਹੈ, ਉਹਦੇ ਲਿਖੇ ਹੋਏ ਦਾ ਅਸੀਂ ਚੀਜ਼ਾਂ ਪਾਉਂਦੇ ਹਾਂ। ਇੱਥੇ ਸਾਡੀ ਜ਼ਿੰਦਗੀ ਵਿੱਚ ਲੇਖ ਕਿਵੇਂ ਲਿਖੇ ਜਾਂਦੇ ਨੇ? ਕਿਉਂਕਿ ਕੁਝ ਇਵੈਂਟ ਨੇ। ਜਦੋਂ ਤੁਹਾਡੇ ਸਾਹਮਣੇ ਕੋਈ ਇਵੈਂਟ ਹੁੰਦਾ ਹੈ, ਕੋਈ ਘਟਨਾ ਘਟਦੀ ਹੈ, ਉਸ ਇਵੈਂਟ ਦੇ ਵਿੱਚੋਂ ਸਾਡੇ ਅੰਦਰ ਕੁਝ ਥਾਟਸ ਪੈਦਾ ਹੁੰਦੇ ਨੇ, ਵਿਚਾਰ ਪੈਦਾ ਹੁੰਦੇ ਨੇ, ਤੇ ਜੋ ਸਾਡੇ ਅੰਦਰ ਥਾਟਸ ਪੈਦਾ ਹੁੰਦੇ ਨੇ, ਉਹਦੇ ਤੋਂ ਸਾਡੇ ਅੰਦਰ ਇਮੋਸ਼ਨਸ ਪੈਦਾ ਹੁੰਦੇ ਨੇ, ਤੇ ਉਸ ਇਮੋਸ਼ਨਸ ਕਰਕੇ ਸਾਡੇ ਅੰਦਰ ਸਰੀਰਕ ਸਿੰਪਟਮ ਪੈਦਾ ਹੁੰਦੇ ਨੇ ਔਰ ਮਾਨਸਿਕ ਸਿੰਪਟਮ ਪੈਦਾ ਹੁੰਦੇ ਨੇ। ਤੇ ਉਹ ਜੋ ਇਮੋਸ਼ਨਸ ਨੇ ਉਹ ਇੱਕ ਨਵੀਂ ਸਿਚੁਏਸ਼ਨ ਕ੍ਰੀਏਟ ਕਰਦੇ ਨੇ। ਉਹ ਨਵੀਂ ਸਿਚੁਏਸ਼ਨ ਦੇ ਵਿੱਚੋਂ ਫਿਰ ਥਾਟਸ ਪੈਦਾ ਹੁੰਦੇ ਨੇ, ਥਾਟਸ ਦੇ ਅੰਦਰੋਂ ਫਿਰ ਇਮੋਸ਼ਨ ਪੈਦਾ ਹੁੰਦੇ ਨੇ, ਉਹ ਇਮੋਸ਼ਨ ਇੱਕ ਹੋਰ ਸਿਚੁਏਸ਼ਨ ਕ੍ਰੀਏਟ ਕਰਦੇ ਨੇ। ਇਹਨੂੰ ਕਹਿੰਦੇ ਨੇ ਲਿਖਣਾ। ਇੱਕ ਗੇੜ ਚੱਲ ਜਾਂਦਾ ਹੈ, ਸਰਕਲ ਚੱਲ ਜਾਂਦਾ ਹੈ, ਤੇ ਫਿਰ ਬੰਦੇ ਦਾ ਸੁਭਾਅ ਬਣਦਾ ਜਾਂਦਾ ਹੈ। ਵੈਸਾ ਹੀ ਬੰਦਾ ਕਰਮ ਕਰਦਾ ਜਾਂਦਾ ਹੈ ਔਰ ਉਸ ਕਰਮ ਮੁਤਾਬਕ ਹੀ ਉਸ ਬੰਦੇ ਨੂੰ ਫਲ ਮਿਲਦਾ ਹੈ। ਹੁਣ ਆਪਣੇ ਪਾਸਟ ਵਿੱਚ ਸੋਚੋ, ਜਿਵੇਂ ਮੈਂ ਪਿੱਛੇ ਗੱਲ ਕਰ ਰਿਹਾ ਸੀ ਨਾ, ਇੱਕ ਇਵੈਂਟ ਹੈ, ਉਸ ਇਵੈਂਟ ਦੇ ਅੰਦਰ 10 ਬੰਦੇ ਅਲੱਗ-ਅਲੱਗ ਸੋਚ ਰਹੇ ਨੇ। ਜਿਵੇਂ ਮੈਂ 2 ਮਿੰਟ ਪਹਿਲਾਂ ਹੀ ਗੱਲ ਕਰ ਰਿਹਾ ਸਾਂ ਕਿ ਤੁਹਾਡਾ ਕੋਈ ਸੱਜਣ ਮਿੱਤਰ, ਤੁਸੀਂ ਬਾਜ਼ਾਰ ਗਏ ਤੇ ਉਹ ਬੋਲਿਆ ਨਹੀਂ ਤੁਹਾਡੇ ਨਾਲ, ਤਾਂ ਇੱਕ ਬੰਦਾ ਤੇ ਸੋਚ ਰਿਹਾ ਹੈ ਇਹ ਹੰਕਾਰੀ ਹੈ, ਦੂਜਾ ਬੰਦਾ ਇਹ ਸੋਚ ਰਿਹਾ ਹੈ ਕਿ ਯਾਰ ਇਹਨੇ ਮੈਨੂੰ ਇਗਨੋਰ ਕੀਤਾ ਹੈ, ਜਦੋਂ ਦੁਬਾਰਾ ਮਿਲੇਗਾ ਮੈਂ ਤੋਂ ਬਦਲਾ ਲਵਾਂਗਾ, ਤਾਂ ਅੰਦਰ ਬਦਲੇ ਦੀ ਅੱਗ ਭੜਕ ਰਹੀ ਹੈ। ਤੀਜਾ ਬੰਦਾ ਇਹ ਸੋਚ ਰਿਹਾ ਹੈ ਕਿ ਮੇਰੇ ਅੰਦਰ ਗੁਣ ਨਹੀਂ ਹੈ, ਮੈਂ ਪਹਿਲਾਂ ਵਰਗਾ ਇੰਜੋਇੰਗ ਨਹੀਂ ਰਿਹਾ, ਤਾਂ ਕਰਕੇ ਇਹਨੇ ਮੈਨੂੰ ਮੇਰਾ ਸਾਥ ਛੱਡਤਾ ਹੈ, ਤਾਂ ਉਹਦੇ ਅੰਦਰ ਹੀਨ ਭਾਵਨਾ ਆ ਰਹੀ ਹੈ, ਡਿਪਰੈਸਡ ਮਹਿਸੂਸ ਕਰ ਰਿਹਾ ਹੈ। ਚੌਥਾ ਬੰਦਾ ਇਹ ਸੋਚਦਾ ਹੈ ਕਿ ਇਹਨੇ ਮੇਰੇ ਨਾਲ ਇਹੋ ਜਿਹਾ ਵਿਹਾਰ ਕੀਤਾ ਨਾ, ਤੇ ਜਦੋਂ ਦੁਬਾਰਾ ਮਿਲੇਗਾ ਫਿਰ ਇਹੋ ਜਿਹਾ ਵਿਹਾਰ ਕਰੇਗਾ, ਤੇ ਫਿਰ ਮੈਂ ਇਹਨੂੰ ਦੱਸਾਂਗਾ
ਕਿ ਭਲੇ ਪੁਰਸ਼ਾ ਤੂੰ ਪਹਿਲਾਂ ਵੀ ਮੇਰੇ ਨਾਲ ਇੰਨਾ ਮਾੜਾ ਵਿਹਾਰ ਕੀਤਾ ਸੀ, ਫਿਰ ਮੈਨੂੰ ਦੱਸਾਂਗਾ ਤੇ ਉਹਦੇ ਅੰਦਰ ਖੁਸ਼ੀ ਮਹਿਸੂਸ ਹੋ ਰਹੀ ਹੈ। ਯਾਨੀ ਇਵੈਂਟ ਇੱਕ ਹੀ ਹੈ, 10 ਬੰਦੇ 10 ਤਰ੍ਹਾਂ ਸੋਚ ਰਹੇ ਨੇ, ਉਹ ਆਪਣੇ ਅੰਦਰ ਲਿਖ ਰਹੇ ਨੇ, ਉਹ ਸਬਕੌਂਸ਼ੀਅਸ ਮਾਈਂਡ ਅੰਦਰ ਜਾ ਰਿਹਾ ਹੈ, ਉਹ ਸਾਡੇ ਵਿਚਾਰ ਬਣ ਰਹੇ ਨੇ। ਸਬਕੌਂਸ਼ੀਅਸ ਮਾਈਂਡ ਅੰਦਰੋਂ ਕੌਂਸ਼ੀਅਸ ਮਾਈਂਡ ਨੂੰ ਸਿਗਨਲ ਮਿਲ ਰਹੇ ਨੇ, ਵੈਸੇ ਹੀ ਤੁਸੀਂ ਜ਼ਿੰਦਗੀ ਜੀ ਰਹੇ ਹੋ, ਵੈਸਾ ਹੀ ਤੁਹਾਨੂੰ ਫਲ ਮਿਲ ਰਿਹਾ। ਇਸ ਲਈ ਅਸੀਂ ਕਿਸਮਤ ਆਪਣੀ ਆਪ ਲਿਖਦੇ ਹਾਂ। ਪੁਰਬ ਲਿਖੇ ਕਾ ਲਹਿਣਾ ਪਾਹੇ, ਸਭ ਕਿਛ ਤਿਸਕਾ ਉਹ ਕਰਨੇ ਜੋਗ। ਜੋ ਵੀ ਆ ਸੰਸਾਰ ਹੈ, ਇਹ ਸਾਰਾ ਰੱਬ ਦਾ ਪੈਦਾ ਕੀਤਾ ਹੋਇਆ ਹੈ, ਉਹ ਸਭ ਕੁਝ ਕਰਨ ਦੇ ਸਮਰੱਥ ਹੈ। ਕੋਈ ਐਸਾ ਕੰਮ ਨਹੀਂ ਜੋ ਰੱਬ ਨਹੀਂ ਕਰ ਸਕਦਾ। ਉਹ ਰੱਬ ਹੀ ਕਾਹਦਾ ਹੋਇਆ ਜਿਹੜਾ ਕੋਈ ਕੰਮ ਨਹੀਂ ਕਰ ਸਕਦਾ। ਸਰਬ ਸ਼ਕਤੀਮਾਨ ਹੈ, ਸਾਰਾ ਕੁਝ ਉਹਦਾ ਪੈਦਾ ਕੀਤਾ ਹੋਇਆ ਹੈ, ਉਹ ਸਭ ਕੁਝ ਕਰ ਸਕਦਾ ਹੈ, ਪਾਵਰਫੁਲ ਹੈ, ਸਰਬ ਸ਼ਕਤੀਮਾਨ ਹੈ। ਤੇ ਯਾਦ ਰੱਖਣਾ, ਉਹ ਜੋ ਸਭ ਕੁਝ ਕਰ ਸਕਦਾ ਹੈ, ਉਹ ਹੈ ਕਿੱਥੇ? ਉੱਤੇ ਨਹੀਂ ਬੈਠਾ ਹੋਇਆ ਆਕਾਸ਼ ਵਿੱਚ, ਉਹ ਕਿਤੇ ਵੱਖਰੇ ਸੱਚਖੰਡ ਵਿੱਚ ਨਹੀਂ, ਕਿਤੇ ਵੱਖਰੇ ਸਵਰਗ ਵਿੱਚ ਨਹੀਂ, ਕਿਸੇ ਵੱਖਰੀ ਜੰਨਤ ਵਿੱਚ ਨਹੀਂ। ਉਹ ਸਾਰੀਆਂ ਤਾਕਤਾਂ ਦਾ ਮਾਲਕ ਤੁਹਾਡੇ ਅੰਦਰ ਬੈਠਾ ਹੋਇਆ ਹੈ, ਹਰ ਇੱਕ ਦੇ ਅੰਦਰ ਹੈ। ਘਟ ਘਟ ਮੈਂ ਹਰ ਜੂ ਵਸੈ। ਇਹਦਾ ਮਤਲਬ ਸਭ ਕੁਝ ਕਰਨ ਦੀ ਸਮਰੱਥਾ ਹਰ ਇਨਸਾਨ ਦੇ ਅੰਦਰ ਮੌਜੂਦ ਹੈ। ਤੁਸੀਂ ਸਭ ਕੁਝ ਕਰ ਸਕਦੇ ਹੋ। ਇਸ ਦੁਨੀਆ ਵਿੱਚ ਕੁਝ ਵੀ ਇੰਪੋਸੀਬਲ ਨਹੀਂ ਹੈ। ਇੰਪੋਸੀਬਲ ਸ਼ਬਦ ਮੂਰਖਾਂ ਦੀ ਡਿਕਸ਼ਨਰੀ ਦਾ ਸ਼ਿੰਗਾਰ ਹੈ। ਇਸ ਦੁਨੀਆ ਵਿੱਚ ਆਇਨਸਟਾਈਨ ਨੂੰ ਕੌਣ ਨਹੀਂ ਜਾਣਦਾ? ਜਿਹੜਾ ਥੋੜਾ ਜਿਹਾ ਵੀ ਪੜਿਆ ਹੈ ਉਹ ਆਇਨਸਟਾਈਨ ਦਾ ਨਾਮ ਜਾਣਦਾ ਹੈ। ਤੇ ਜੋ ਲਿਖਤਾਂ ਮਿਲਦੀਆਂ ਨੇ ਉਹਨਾਂ ਵਿੱਚ ਮਿਲਦਾ ਹੈ ਕਿ ਆਇਨਸਟਾਈਨ ਇੱਕ ਮੰਦਬੁੱਧੀ ਬੱਚਾ ਸੀ, ਬੜਾ ਕਮਜ਼ੋਰ ਬੱਚਾ ਸੀ, ਪੜ੍ਹਾਈ ਵਿੱਚ ਬੜਾ ਕਮਜ਼ੋਰ ਸੀ। ਇਹ ਗੱਲ ਮੈਂ ਆਪ ਨਾਲ ਪਹਿਲਾਂ ਵੀ ਕਈ ਵਾਰ ਸਾਂਝੀ ਕੀਤੀ ਹੈ। ਇਹਨੂੰ ਪੜ੍ਹਾਈ ਨਹੀਂ ਸੀ ਆਉਂਦੀ ਤੇ ਇੱਕ ਦਿਨ ਇਸਨੇ ਆਪਣੇ ਟੀਚਰ ਤੋਂ ਪੁੱਛਿਆ ਕਿ ਮਾਸਟਰ ਜੀ, ਮੈਂ ਵੀ ਇਹਨਾਂ ਬੱਚਿਆਂ ਦੀ ਤਰ੍ਹਾਂ ਹੁਸ਼ਿਆਰ ਹੋ ਸਕਦਾ? ਟੀਚਰ ਬੜਾ ਚੰਗਾ ਸੀ, ਪੋਜ਼ਿਟਿਵ ਸੋਚਣ ਵਾਲਾ ਸੀ। ਇਹਨੇ ਆਪਣੇ ਗਲੇ ਨਾਲ ਲਾਇਆ, ਪਿਆਰ ਦਿੱਤਾ, ਕਹਿਣ ਲੱਗਾ ਹਾਂ ਆਇਨਸਟਾਈਨ, ਤੂੰ ਵੀ ਹੁਸ਼ਿਆਰ ਹੋ ਸਕਦਾ ਹੈ। ਇਹਨਾਂ ਬੱਚਿਆਂ ਤੋਂ ਕੀ, ਤੂੰ ਸਾਰੀ ਦੁਨੀਆ ਤੋਂ ਹੁਸ਼ਿਆਰ ਹੋ ਸਕਦਾ, ਤੇਰੇ ਅੰਦਰ ਪੋਸੀਬਿਲਿਟੀਜ਼ ਨੇ। ਤੇ ਕਹਿਣ ਲੱਗਾ ਮਾਸਟਰ ਜੀ ਸ਼ੋਰ? ਕਹਿੰਦਾ ਸ਼ੋਰ। ਕਹਿੰਦਾ ਕਿਵੇਂ? ਕਹਿੰਦਾ ਅਭਿਆਸ ਦੇ ਨਾਲ, ਪ੍ਰੈਕਟਿਸ ਦੇ ਨਾਲ। ਪ੍ਰੈਕਟਿਸ ਕਰ, ਅਭਿਆਸ ਕਰ, ਤੂੰ ਦੁਨੀਆ ਦਾ ਸਭ ਤੋਂ ਹੁਸ਼ਿਆਰ ਬੱਚਾ ਹੋ ਸਕਦਾ। ਤੇ ਆਇਨਸਟਾਈਨ ਆਪਣੇ ਜੀਵਨੀ ਲਿਖਦਾ ਹੋਇਆ ਲਿਖਦਾ ਹੈ ਕਿ ਦੂਜੀ ਗੱਲ ਮੇਰੇ ਪਿਓ ਨੇ ਕਹੀ ਸੀ ਕਿ ਇਹ ਆਇਨਸਟਾਈਨ, ਇਸ ਦੁਨੀਆ ਦੇ ਅੰਦਰ ਇੱਕ ਸਰਬ ਸ਼ਕਤੀਮਾਨ ਤਾਕਤ ਹੈ ਤੇ ਉਹ ਹੈ ਰੱਬ, ਤੇ ਉਹ ਰੱਬ ਤੇਰੇ ਅੰਦਰ ਹੈ, ਉਹਦੇ ਤੇ ਵਿਸ਼ਵਾਸ ਕਰ। ਤਾਂ ਮੈਂ ਰੱਬ ਤੇ ਯਾਨੀ ਆਪਣੇ ਅੰਦਰ ਤੇ ਵਿਸ਼ਵਾਸ ਕਰਕੇ ਅਭਿਆਸ ਕਰਨਾ ਸ਼ੁਰੂ ਕੀਤਾ ਤੇ ਅੱਜ ਆਇਨਸਟਾਈਨ ਬਾਰੇ ਸਾਰੀ ਦੁਨੀਆ ਜਾਣਦੀ ਹੈ। ਤਾਂ ਉਹ ਸਭ ਕੁਝ ਜੋ ਕਰਨ ਵਾਲਾ ਸਰਬ ਸ਼ਕਤੀਮਾਨ ਹੈ, ਉਹ ਤੁਹਾਡੇ ਅੰਦਰ ਹੈ। ਤੁਸੀਂ ਉਹਦਾ ਰੂਪ ਹੋ, ਮਨ ਤੂੰ ਜੋਤ ਸਰੂਪ ਹੈ। ਤਾਂ ਫਿਰ ਕਿਉਂ ਕਹਿਣਾ ਕਿ ਮੇਰੇ ਤੋਂ ਇਹ ਨਹੀਂ ਹੋ ਸਕਦਾ, ਮੈਨੂੰ ਬਾਣੀ ਸਮਝ ਨਹੀਂ ਆਉਣੀ, ਮੈਂ ਪੜ੍ਹ ਨਹੀਂ ਸਕਦਾ, ਮੈਂ ਸਫਲ ਨਹੀਂ ਹੋ ਸਕਦਾ? ਐਸਾ ਕਿਉਂ ਸੋਚਣਾ? ਕਿਉਂਕਿ ਉਸ ਸਰਬ ਸ਼ਕਤੀਮਾਨ ਤੁਹਾਡੇ ਅੰਦਰ ਹੈ ਔਰ ਇਹ ਸਾਰਾ ਕੁਝ ਉਹਦਾ ਹੈ। ਤਿਸ ਬਿਨ ਦੂਸਰ ਹੋਆ ਨਾ ਹੋਗ, ਉਸ ਤੋਂ ਬਿਨਾ ਦੂਜਾ ਨਾ ਕੋਈ ਹੈ ਨਾ ਹੀ ਕੋਈ ਹੋਵੇਗਾ। ਇਹਨੂੰ ਅਸੀਂ ਦੋ ਅਰਥਾਂ ਵਿੱਚ ਲੈਣਾ ਹੈ। ਰੱਬ ਵਰਗਾ ਨਾ ਦੂਜਾ ਕੋਈ ਹੈ ਨਾ ਹੋਵੇਗਾ, ਪਹਿਲੀ ਗੱਲ। ਤੇ ਦੂਜੀ ਗੱਲ, ਉਸ ਰੱਬ ਤੋਂ ਬਿਨਾ ਦੂਜਾ ਕੋਈ ਹੈ ਹੀ ਨਹੀਂ, ਹੈ ਹੀ ਰੱਬ ਚਾਰ ਚੁਫੇਰੇ ਪਸਰਿਆ, ਇੱਕ ਓੰਕਾਰ, ਇੱਕ ਹੀ ਪਸਰਿਆ ਹੋਇਆ ਹੈ ਚਾਰ ਚੁਫੇਰੇ, ਇੱਕੋ ਹੀ ਹੈ, ਦੂਜਾ ਕੋਈ ਹੈ ਹੀ ਨਹੀਂ, ਦੂਜਾ ਕੋਈ ਉਹਦੇ ਵਰਗਾ ਹੈ ਹੀ ਨਹੀਂ। ਸਭ ਦੇ ਅੰਦਰ ਇੱਕੋ ਹੀ ਹੈ, ਹਰ ਥਾਂ ਤੇ ਇੱਕ ਹੈ। ਇਸ ਲਈ ਦੂਜਿਆਂ ਕੋਲ ਭਟਕਣ ਦੀ ਲੋੜ ਨਹੀਂ ਹੈ। ਕੋਈ ਜੋਤਸ਼ੀ, ਕੋਈ ਪੰਡਤ, ਕੋਈ ਬਾਬਾ, ਕੋਈ ਮੰਤਰਾਂ ਵਾਲਾ, ਕੋਈ ਜਿਹੜਾ ਹੈ ਮੜੀ ਮਸਾਨ, ਕੁਛ ਨਹੀਂ ਕਰ ਸਕਦਾ ਰੱਬ ਦੇ ਸਿਸਟਮ ਦੇ ਅੰਦਰ। ਰੱਬ ਵਰਗਾ ਦੂਜਾ ਨਾ ਕੋਈ ਹੈ ਨਾ ਕੋਈ ਹੋਵੇਗਾ। ਔਰ ਬੇਨਤੀ ਕਰਾਂ, ਤੁਸੀਂ ਵੀ ਸਾਰੇ ਰੱਬ ਦੀ ਇੱਕ ਸਪੈਸ਼ਲ ਕ੍ਰੀਏਸ਼ਨ ਹੋ। ਇਸ ਯੂਨੀਵਰਸ ਦੇ ਅੰਦਰ ਤੁਸੀਂ ਰੱਬ ਦੀ ਸਪੈਸ਼ਲ ਕ੍ਰੀਏਸ਼ਨ ਹੋ। ਰੱਬ ਨੇ ਕਿਸੇ ਨੂੰ ਕਿਸੇ ਵਰਗਾ ਪੈਦਾ ਨਹੀਂ ਕੀਤਾ। ਇਸ ਦੁਨੀਆ ਦੇ ਵਿੱਚ ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਇੱਕ ਬੰਦੇ ਦੀ ਆਵਾਜ਼, ਸ਼ਕਲ, ਅਕਲ ਦੂਜੇ ਨਾਲ ਨਹੀਂ ਮਿਲਦੀ। ਹਰ ਬੰਦਾ ਅਲੱਗ ਹੈ। ਸਾਡੇ ਸਰੀਰ ਦਾ ਇੱਕ ਰੋਮ ਵੀ ਦੂਜੇ ਰੋਮ ਵਰਗਾ ਨਹੀਂ ਹੈ। ਤਾਂ ਹਰ ਇੱਕ ਦੇ ਅੰਦਰ ਕੁਆਲਿਟੀਜ਼ ਨੇ। ਰੱਬ ਤੋਂ ਬਿਨਾ ਕੋਈ ਦੂਜਾ ਨਹੀਂ ਹੈ। ਸਾਰਿਆਂ ਦੇ ਅੰਦਰ ਅਵਸਥਾ ਹੈ। ਇਹ ਚੀਜ਼ ਨੂੰ ਸਮਝਣਾ ਹੈ। ਅਸੀਂ ਉਸ ਰੱਬ ਦਾ ਰੂਪ ਹਾਂ। ਚਾਰ ਚੁਫੇਰੇ ਰੱਬ ਪਸਰਿਆ ਹੋਇਆ ਹੈ। ਇਸ ਲਈ ਅਸੀਂ ਆਪਣੇ ਵਿਹਾਰ ਨੂੰ ਚੇਂਜ ਕਰਨਾ ਹੈ।
ਇੱਕ ਤਾਂ ਨੈਗੇਟਿਵ ਨਹੀਂ ਸੋਚਣਾ, ਪੋਜ਼ਿਟਿਵ ਸੋਚਣਾ ਹੈ, ਤੇ ਦੂਜਾ ਹਰ ਇੱਕ ਦੇ ਨਾਲ ਰੱਬ ਵਰਗਾ ਪਿਆਰ ਔਰ ਵਿਹਾਰ ਕਰਨਾ ਹੈ। ਜਦੋਂ ਅਸੀਂ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਔਰ ਵਿਹਾਰ ਕਰਾਂਗੇ, ਉਸ ਦਿਨ ਜ਼ਿੰਦਗੀ ਬਦਲ ਜਾਏਗੀ। ਜਪ ਜਨ ਸਦਾ ਸਦਾ ਦਿਨ ਰਹਿਣੀ, ਜਪ ਦਾ ਮਤਲਬ ਜਾਣ ਸਮਝ, ਉਹਨੂੰ ਵੇਖ। ਸਦਾ ਸਦਾ ਦਾ ਮਤਲਬ ਹਰ ਦਿਨ, ਹਰ ਸਮੇਂ। ਦਿਨ ਦਾ ਮਤਲਬ ਦਿਨ, ਰਹਿਣੀ ਦਾ ਮਤਲਬ ਰਾਤ। हे ਜਨ, हे ਇਨਸਾਨ ਜਾਂ हे ਮਨ, ਸਦਾ ਹੀ ਦਿਨ ਰਾਤ ਰੱਬ ਨੂੰ ਯਾਦ ਰੱਖ, ਰੱਬ ਨੂੰ ਵੇਖ, ਰੱਬ ਨੂੰ ਸਮਝ, ਰੱਬੀ ਰਜਾ ਦੇ ਅੰਦਰ ਤੁਰ। ਸਭ ਤੇ ਊਚ ਨਿਰਮਲ ਇਹ ਕਰਨੀ, ਸਭ ਤੋਂ ਉੱਚੀ ਔਰ ਸਾਰਿਆਂ ਤੋਂ ਪਵਿੱਤਰ ਇਹ ਕਰਨੀ ਹੈ। ਜੇ ਦੁਨੀਆ ਦਾ ਕੋਈ ਸਭ ਤੋਂ ਉੱਚਾ ਕੰਮ ਹੈ ਨਾ, ਕੋਈ ਕਰਨੀ ਸਭ ਤੋਂ ਉੱਚੀ ਹੈ, ਜੇ ਸੋਚ ਉੱਚੀ ਹੈ, ਤੇ ਸਭ ਤੋਂ ਉੱਚੀ ਸੋਚ ਕਿਹੜੀ ਹੈ? ਜਪ ਜਨ ਸਦਾ ਸਦਾ ਦਿਨ ਰਹਿਣੀ, ਹਰ ਵਕਤ ਹਰ ਥਾਂ ਤੇ ਸੱਚ ਬੋਲਣਾ, ਸੱਚ ਸੁਣਨਾ, ਸੱਚ ਵੇਖਣਾ, ਸੱਚ ਕਮਾਣਾ। ਆਪਣੀ ਇਹ ਸੋਚ ਬਣਾ ਲੈਣੀ ਕਿ ਪੂਰੀ ਦੁਨੀਆ ਰੱਬੀ ਰਜਾ ਭਾਣੇ ਹੁਕਮ ਦੇ ਅੰਦਰ ਕੰਮ ਕਰ ਰਹੀ ਹੈ। ਆਪਣੀ ਸੋਚ ਐਸੀ ਬਣਾਣੀ ਕਿ ਹਰ ਇਨਸਾਨ ਦੇ ਅੰਦਰ ਰੱਬ ਵਸਦਾ ਹੈ, ਹਰ ਇੱਕ ਦੇ ਨਾਲ ਰੱਬ ਵਰਗਾ ਪਿਆਰ ਵਿਹਾਰ ਕਰਨਾ, ਮਨ ਬਚਨ ਕਰਮ ਕਰਕੇ ਸੱਚੇ ਹੋਣਾ, ਰੱਬੀ ਰਜਾ ਵਿੱਚ ਤੁਰਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਮੁਤਾਬਕ ਆਪਣਾ ਜੀਵਨ ਬਣਾਉਣਾ, ਇਹ ਸਭ ਤੋਂ ਉੱਚੀ ਕਰਨੀ ਹੈ। ਇਸ ਤੋਂ ਉੱਚਾ ਕੋਈ ਕੰਮ ਨਹੀਂ, ਨਾ ਕੋਈ ਮਾਲਾ ਫੇਰਨੀ, ਨਾ ਵਰਤਨ ਰਾਤੇ ਸਰਾਧ, ਸਭ ਬੇਕਾਰ ਦੀਆਂ ਵਿਅਰਥ ਗੱਲਾਂ ਨੇ। ਸਭ ਤੋਂ ਉੱਚੀ ਕਰਨੀ ਹੈ ਰੱਬ ਦੀ ਰਜਾ ਦੇ ਵਿੱਚ ਰਹਿਣਾ, ਰੱਬੀ ਗੁਣਾਂ ਨੂੰ ਯਾਦ ਰੱਖਣਾ ਔਰ ਰੱਬੀ ਗੁਣਾਂ ਮੁਤਾਬਕ ਜ਼ਿੰਦਗੀ ਜੀਣੀ। ਕਰ ਕਿਰਪਾ ਜਿਸ ਕੋ ਨਾਮ ਦਿਆ, ਮੇਰ ਕਰਕੇ ਜਿਸ ਨੂੰ ਰੱਬ ਨੇ ਨਾਮ ਦੇ ਦਿੱਤਾ। ਹੁਣ ਇਹ ਨਾਮ ਨੂੰ ਅਸਾਂ ਸਮਝਣਾ ਹੈ। ਨਾਮ ਤੇ ਅੱਜ ਕੱਲ ਤਾਂ ਇੱਕ ਦੁਕਾਨਦਾਰੀ ਬਣ ਗਈ ਹੈ। ਲੋਕ ਕਹਿੰਦੇ ਨੇ ਤੁਸੀਂ ਨਾਮ ਕਿੱਥੋਂ ਲਿਆ ਹੈ? ਫਲਾਣੇ ਬਾਬੇ ਤੋਂ ਨਾਮ ਲਿਆ, ਅਸੀਂ ਨਾਮ ਲਿਆ ਹੈ। ਬੰਦਾ ਪੁੱਛੇ ਵੀ ਨਾਮ ਸਬਜ਼ੀ ਹੈ, ਵੀ ਗੁਆਂਢੀਆਂ ਨੇ ਬਣਾਈ ਸੀ ਤੇ ਅਸੀਂ ਵੀ ਲੈਣ ਦੀ। ਨਾਮ ਕੋਈ ਛਣਕਣਾ ਹੈ ਵੀ ਜਿਹੜਾ ਰੱਬ ਨੇ ਉਹਨੇ ਦੇ ਦਿੱਤਾ ਵੀ ਚੱਲ ਛਣਕਾਂਦਾ। ਫਿਰ ਨਾਮ ਕੋਈ ਕਾਰ ਮੋਟਰਸਾਈਕਲ ਹੈ ਵੀ ਕਿਸੇ ਤੋਂ ਲੈ ਆਂਦੀ ਹੈ। ਨਾਮ ਕਦੇ ਲਿਆ ਔਰ ਦਿੱਤਾ ਜਾ ਸਕਦਾ ਹੈ। ਨਾਮ ਦਾ ਮਤਲਬ ਹੁਕਮ। ਕਰ ਕਿਰਪਾ ਜਿਸ ਕੋ ਨਾਮ ਦਿਆ, ਰਹਿਮਤ ਕਰਕੇ ਜਿਸ ਨੂੰ ਹੁਕਮ ਦੀ ਦਾਤ ਬਖਸ਼ੀ, ਹੁਕਮ ਵਾਲੀ ਜ਼ਿੰਦਗੀ ਬਖਸ਼ੀ, ਹੁਕਮ ਦੀ ਸੂਝ ਬਖਸ਼ੀ। ਕਿ ਇਸ ਦੁਨੀਆ ਦੇ ਅੰਦਰ ਹੁਕਮ ਹੈ, ਸਿਸਟਮ ਹੈ, ਹਰ ਇਨਸਾਨ ਕੁਦਰਤ ਦੇ ਨਿਯਮਾਂ ਵਿੱਚ ਕੰਮ ਕਰ ਰਿਹਾ ਹੈ। ਜਿਸ ਨੂੰ ਇਹ ਗਿਆਨ ਦੇ ਦਿੱਤਾ, ਜਿਸ ਨੂੰ ਇਹ ਸਮਝ ਆ ਗਈ, ਨਾਨਕ ਸੋ ਜਨ ਨਿਰਮਲ ਥੀਆ, ਉਹ ਪਵਿੱਤਰ ਹੋ ਗਿਆ, ਮੈਲ ਤੋਂ ਰਹਿਤ ਹੋ ਗਿਆ। ਜਿਹਨੂੰ ਸੱਚ ਮਿਲ ਗਿਆ ਨਾ, ਸੱਚ ਦੀ ਸਮਝ ਆ ਗਈ, ਹੁਕਮ ਦੀ ਸਮਝ ਆ ਗਈ, ਜਿਸ ਨੇ ਗੁਰੂ ਜੀ ਤੋਂ ਵੇ ਆਫ ਲਾਈਫ ਸਿੱਖ ਲਿਆ, ਉਹ ਬੰਦਾ ਨਿਰਮਲ ਹੋ ਗਿਆ। ਨਾਨਕ ਸੋ ਜਨ ਨਿਰਮਲ ਥੀਆ, ਉਹ ਨਿਰਮਲ ਹੋ ਗਿਆ, ਪਵਿੱਤਰ ਹੋ ਗਿਆ, ਮਨ ਬਚਨ ਕਰਮ ਕਰਕੇ। ਉਹਦੀ ਸੋਚ ਪਵਿੱਤਰ, ਉਹਦੇ ਬੋਲ ਪਵਿੱਤਰ, ਉਹਦਾ ਵਿਹਾਰ ਪਵਿੱਤਰ। ਤੇ ਇਹੀ ਸਾਡੀ ਪ੍ਰੋਬਲਮ ਹੈ ਹਰ ਮਨੁੱਖ ਦੀ। ਜੇ ਮੈਂਟੈਲਿਟੀ ਮਾੜੀ ਹੈ, ਸੋਚ ਮਾੜੀ ਹੈ, ਬੋਲ ਮਾੜੇ ਨੇ, ਵਿਹਾਰ ਮਾੜਾ ਹੈ, ਤਾਂ ਫਿਰ ਦੁੱਖ ਹੋਏਗਾ, ਅਸ਼ਾਂਤੀ ਹੋਏਗੀ, ਈਰਖਾ ਹੋਏਗੀ, ਦੁਐਸ਼ ਹੋਏਗਾ, ਵੈਰ ਵਿਰੋਧ ਹੋਣਗੇ। ਫਿਰ ਐਟਮ ਬੰਬ ਤਿਆਰ ਕਰਨੇ ਪੈਣਗੇ, ਫਿਰ ਮਿਜ਼ਾਈਲਾਂ ਔਰ ਟੈਂਕਾਂ ਦੀ ਵਰਤੋਂ ਬੰਦਾ ਕਰੇਗਾ, ਕਿਉਂਕਿ ਮਾੜੀ ਸੋਚ ਹੈ ਨਾ। ਤੇ ਜੇ ਸੋਚ ਪਵਿੱਤਰ ਹੋ ਜਾਏ, ਇਨਸਾਨੀਅਤ ਵਾਲੀ, ਅੰਦਰ ਸੱਚ ਹੋਵੇ, ਬੋਲ ਸੱਚੇ ਹੋਣ, ਵਿਹਾਰ ਸੱਚਾ ਹੋਵੇ, ਮਨ ਵਿੱਚ ਪ੍ਰੇਮ ਹੋਵੇ, ਬੋਲਾਂ ਵਿੱਚ ਪ੍ਰੇਮ ਹੋਣ, ਵਿਹਾਰ ਵਿੱਚ ਪ੍ਰੇਮ ਹੋਵੇ, ਦਇਆ ਹੋਵੇ, ਤਾਂ ਇਸ ਦੁਨੀਆ ਵਿੱਚ ਕੋਈ ਪ੍ਰੋਬਲਮ ਤੇ ਹੈ ਹੀ ਨਹੀਂ। ਸੋਚ ਦੀ ਹੈ। ਤਾਂ ਗੁਰੂ ਜੀ ਦੀ ਸਾਰੀ ਦੀ ਸਾਰੀ ਟੋਟਲ ਬਾਣੀ ਸਾਡੀ ਸੋਚ ਨੂੰ ਬਦਲਦੀ ਹੈ। ਸੋਚ ਨੂੰ ਬਦਲਣ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ। ਸੋਚ ਨੂੰ ਬਦਲਣਾ ਹੈ, ਸਚਿਆਰ ਹੋਣਾ ਹੈ। ਆਪਣਾ ਪਵਿੱਤਰ ਉਹ ਬੰਦਾ ਹੋ ਜਾਏਗਾ ਜਿਸ ਨੂੰ ਹੁਕਮ ਦੀ ਸੂਝ ਮਿਲ ਗਈ, ਜੋ ਹੁਕਮ ਅਨੁਸਾਰ ਜ਼ਿੰਦਗੀ ਜੀਣ ਲੱਗ ਪਿਆ। ਜਾਂ ਕੈ ਮਨ ਗੁਰ ਕੀ ਪ੍ਰਤੀਤ, ਜਿਸ ਮਨੁੱਖ ਦੇ ਮਨ ਵਿੱਚ ਗੁਰੂ ਦੀ ਪ੍ਰਤੀਤੀ ਆ ਗਈ। ਪ੍ਰਤੀਤੀ ਦਾ ਮਤਲਬ ਵਿਸ਼ਵਾਸ, ਭਰੋਸਾ, ਯਕੀਨ। ਜਿਸ ਦਾ ਗੁਰੂ ਦੇ ਉੱਤੇ ਯਕੀਨ ਬਣ ਗਿਆ, ਇਸ ਜਨ ਆਵੇ ਹਰ ਪ੍ਰਭ ਚੀਤ, ਉਸ ਮਨੁੱਖ ਦੇ ਚਿੱਤ ਵਿੱਚ ਪ੍ਰਭੂ ਆ ਜਾਂਦਾ, ਟਿਕ ਜਾਂਦਾ, ਰੱਬ ਦੇ ਗੁਣ ਟਿਕ ਜਾਂਦੇ ਨੇ।
ਉਹਦੇ ਹਿਰਦੇ ਦੇ ਅੰਦਰ ਰੱਬ ਸਦਾ ਵਾਸਤੇ ਟਿਕ ਜਾਂਦਾ ਹੈ। ਉਹ ਤੇ ਰੱਬ ਇੱਕ ਹੋ ਜਾਂਦੇ ਨੇ, ਭਾਵ ਰੱਬ ਦੇ ਗੁਣ ਉਹਦੀ ਮੈਂਟੈਲਿਟੀ ਦੇ ਅੰਦਰ ਟਿਕ ਜਾਂਦੇ ਨੇ। ਜਿਹਨੂੰ ਗੁਰੂ ਦੇ ਉੱਤੇ ਵਿਸ਼ਵਾਸ ਵੱਜ ਗਿਆ, ਗੁਰੂ ਤੇ ਭਰੋਸਾ ਵੱਜ ਗਿਆ। ਹੁਣ ਇਹ ਚੀਜ਼ ਸਮਝਣ ਵਾਲੀ ਹੈ। ਸਾਨੂੰ ਭਰੋਸਾ ਚਾਹੀਦਾ ਸੀ ਗੁਰੂ ਤੇ, ਗਿਆਨ ਤੇ, ਗੁਰਬਾਣੀ ਤੇ। ਜਿਨ੍ਹਾਂ ਦਾ ਵਿਸ਼ਵਾਸ ਗੁਰਬਾਣੀ ਤੇ ਹੈ, ਜਿਨ੍ਹਾਂ ਦਾ ਵਿਸ਼ਵਾਸ ਗੁਰੂ ਦੇ ਗਿਆਨ ਤੇ ਹੈ, ਯੂਨੀਵਰਸਲ ਟਰੁੱਥ ਤੇ ਹੈ, ਉਹ ਬੰਦੇ ਕਦੇ ਡੋਲਣਗੇ ਨਹੀਂ। ਉਹਨਾਂ ਨੂੰ ਕਿਤੇ ਹੋਰ ਜਾਣ ਦੀ ਲੋੜ ਹੀ ਨਹੀਂ। ਜਿਨ੍ਹਾਂ ਦਾ ਵਿਸ਼ਵਾਸ ਗੁਰੂ ਤੇ ਹੋਏਗਾ, ਉਹ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣਗੇ। ਉਹਨਾਂ ਦਾ ਵਿਚਾਰ, ਉਹਨਾਂ ਦਾ ਬੋਲ, ਉਹਨਾਂ ਦਾ ਵਿਹਾਰ ਗੁਰਮਤਿ ਅਨੁਸਾਰ ਹੋਏਗਾ। ਤੇ ਜਿਨ੍ਹਾਂ ਦਾ ਵਿਸ਼ਵਾਸ ਗੁਰੂ ਦੇ ਉੱਤੇ ਨਹੀਂ ਹੋਏਗਾ, ਉਹਦੀ ਨਿਸ਼ਾਨੀ ਇਹ ਹੋਏਗੀ ਕਿ ਉਹਨਾਂ ਦਾ ਜੀਵਨ ਗੁਰਬਾਣੀ ਅਨੁਸਾਰ ਨਹੀਂ ਹੋਏਗਾ, ਨਾ ਬੋਲ, ਨਾ ਵਿਹਾਰ, ਨਾ ਸੋਚ। ਹੁਣ ਸਾਡੀ ਪ੍ਰੋਬਲਮ ਇਹ ਹੈ ਆਮ ਬੰਦੇ ਦੀ, ਸਾਰਿਆਂ ਦੀ ਨਹੀਂ, ਆਮ ਬੰਦੇ ਦੀ। ਜੋ ਗੁਰਬਾਣੀ ਕਹਿ ਰਹੀ ਹੈ, ਅਸੀਂ ਉਹਦੇ ਤੇ ਵਿਸ਼ਵਾਸ ਨਹੀਂ ਕਰਦੇ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਫਲਾਂ ਪ੍ਰਚਾਰਕ ਨੇ ਐਵੇਂ ਕਿਹਾ ਸੀ, ਜਾਂ ਫਲਾਂ ਕਿਤਾਬ ਦੇ ਵਿੱਚ ਐਵੇਂ ਲਿਖਿਆ ਸੀ। ਹੁਣ ਉਹ ਕਿਤਾਬ ਲਿਖੀ ਕਿਸੇ ਬੰਦੇ ਨੇ ਤੇ ਗੁਰਬਾਣੀ ਲਿਖੀ ਗੁਰੂ ਨੇ। ਅਸੀਂ ਬੰਦੇ ਤੇ ਵਿਸ਼ਵਾਸ ਕਰ ਰਹੇ ਹਾਂ ਕਿ ਫਲਾਂ ਕਿਤਾਬ ਦੇ ਵਿੱਚ ਐਵੇਂ ਲਿਖਿਆ ਸੀ। ਮੈਂ ਇੱਕ ਪੁਸਤਕ ਪੜ੍ਹੀ ਸੀ ਜਿਹਦੇ ਵਿੱਚ ਲਿਖਿਆ ਸੀ ਕਿ ਜੇ ਤੁਸੀਂ ਇਹ ਪੜ੍ਹੀ ਜਾਓ ਨਾ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨਵਨਿਧ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨਵਨਿਧ, ਜੇ ਇਸ ਪੰਕਤੀ ਦਾ ਉਚਾਰਨ ਕਰੀ ਜਾਓ ਇਹਨੇ ਲੱਖ ਵਾਰੀ ਕਰੋ ਤੇ ਤੁਸੀਂ ਅਮੀਰ ਹੋ ਜਾਓਗੇ, ਤੁਹਾਡੇ ਘਰ ਰਿੱਧੀਆਂ ਸਿੱਧੀਆਂ ਆ ਜਾਣਗੀਆਂ। ਹੁਣ ਇਹ ਕਿਸੇ ਬੰਦੇ ਨੇ ਲਿਖ ਦਿੱਤਾ ਹੈ ਵੀ ਤੁਸੀਂ ਐਵੇਂ ਕਰੋਗੇ ਤਾਂ ਐਵੇਂ ਹੋ ਜਾਏਗਾ। ਗੁਰੂ ਜੀ ਨੇ ਤਾਂ ਨਹੀਂ ਲਿਖਿਆ। ਕਿਤੇ ਲਿਖਿਆ ਵੀ ਗੁਰੂ ਜੀ ਨੇ ਕਿਹਾ ਹੋਵੇ ਵੀ ਤੁਸੀਂ ਇਹ ਪੰਕਤੀ ਪੜ੍ਹੀ ਜਾਓ ਤੇ ਕੰਮ ਨਾ ਕਰੋ ਤੇ ਤੁਸੀਂ ਅਮੀਰ ਹੋ ਜਾਓਗੇ? ਗੁਰਬਾਣੀ ਦੇ ਵਿੱਚ ਤੇ ਨਹੀਂ ਲਿਖਿਆ। ਗੁਰਬਾਣੀ 'ਚ ਤਾਂ ਗੁਰੂ ਜੀ ਕਹਿੰਦੇ ਨੇ ਉਦਮ ਕਰੇਂਦਿਆਂ ਜੀਓ ਤੂੰ, ਕਮਾਵੰਦਿਆਂ ਸੁਖ ਪੁੰਜ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਗੁਰੂ ਜੀ ਤਾਂ ਕਹਿ ਰਹੇ ਨੇ ਜੇ ਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ, ਜੇ ਕਰੋਗੇ ਤਾਂ ਹੀ ਹੈ ਨਾ। ਤਾਂ ਹੁਣ ਅਸੀਂ ਪ੍ਰੋਬਲਮ ਕਿਉਂ ਕ੍ਰੀਏਟ ਹੋ ਗਈ ਕਿ ਅਸੀਂ ਬੰਦੇ ਤੇ ਵਿਸ਼ਵਾਸ ਕਰ ਲਿਆ। ਬੰਦੇ ਨੇ ਲਿਖ ਦਿੱਤੀ ਸਾਖੀ ਕਿ ਭਗਤ ਧੰਨਾ ਜੀ ਨੇ ਪੱਥਰ ਦੀ ਪੂਜਾ ਕਰਕੇ ਰੱਬ ਨੂੰ ਪਾਇਆ। ਹੁਣ ਗੁਰੂ ਜੀ ਤਾਂ ਨਹੀਂ ਕਹਿ ਰਹੇ ਕਿ ਭਗਤ ਧੰਨਾ ਜੀ ਨੇ ਰੱਬ ਨੂੰ ਪੱਥਰ ਚੋਂ ਪਾਇਆ, ਨਾ ਭਗਤ ਧੰਨਾ ਜੀ ਆਪ ਵੀ ਨਹੀਂ ਕਹਿ ਰਹੇ। ਗੁਰਬਾਣੀ ਵਿੱਚ ਤਾਂ ਭਗਤ ਧੰਨਾ ਜੀ ਕਹਿੰਦੇ ਨੇ ਧੰਨੈ ਧਨ ਪਾਇਆ ਧਰਣੀ ਤਰ ਮਿਲ ਜਨ ਸੰਤ ਸਮਾਨਿਆ। ਉਹ ਤੇ ਕਹਿੰਦੇ ਨੇ ਮੈਂ ਸਤਸੰਗ ਵਿੱਚ ਗੁਰੂ ਦੇ ਚਰਨਾਂ ਦੀ ਸ਼ਰਨ ਚੋਂ ਪਾਇਆ। ਭਗਤ ਧੰਨਾ ਜੀ ਆਪ ਕਹਿ ਰਹੇ ਨੇ ਧੰਨੈ ਧਨ ਪਾਇਆ ਧਰਣੀ ਤਰ ਮਿਲ ਜਨ ਸੰਤ ਸਮਾਨਿਆ, ਗੁਰੂ ਦੀ ਸੰਗਤ ਵਿੱਚੋਂ ਪਾਇਆ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਇਹ ਬਿਦ ਸੁਣ ਕੇ ਜਾਟ ਰੋ, ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਇਹਨਾਂ ਸਾਰਿਆਂ ਭਗਤਾਂ ਦੀ ਵਿਚਾਰ ਸੁਣ ਕੇ ਕਿ ਇਹਨਾਂ ਨੂੰ ਇੰਨੀ ਮਹਾਨਤਾ ਮਿਲੀ, ਇਹ ਭਗਤ ਧੰਨਾ ਜੀ ਵੀ ਰੱਬ ਦੇ ਗੁਣ ਗਾਣ ਲੱਗ ਗਏ, ਰੱਬ ਦੀ ਸੇਵਾ ਵਿੱਚ ਲੱਗ ਗਏ, ਉਹਨਾਂ ਨੂੰ ਵੀ ਰੱਬ ਮਿਲ ਗਿਆ। ਭਗਤ ਧੰਨਾ ਜੀ ਕਹਿੰਦੇ ਨੇ ਮੈਂ ਰੱਬ ਦੀ ਸੇਵਾ ਕਰਕੇ, ਗੁਰੂ ਦੀ ਸੰਗਤ ਕਰਕੇ ਰੱਬ ਪਾਇਆ। ਗੁਰੂ ਅਰਜਨ ਦੇਵ ਜੀ ਵੀ ਕਹਿੰਦੇ ਨੇ ਕਿ ਉਹ ਰੱਬ ਦੇ ਹੁਕਮ ਦੇ ਵਿੱਚ ਤੁਰਿਆ ਤਾਂ ਰੱਬ ਨੂੰ ਪਾਇਆ। ਪਰ ਅਸੀਂ ਕਹਿੰਦੇ ਹਾਂ ਨਾ, ਉਹਨੇ ਤੇ ਪੱਥਰ ਚੋਂ ਪਾਇਆ, ਉਹਨੇ ਪੱਥਰ ਦੀ ਪੂਜਾ ਕਰਕੇ ਪਾਇਆ। ਹੁਣ ਇਹ ਪ੍ਰੋਬਲਮ ਕਿਉਂ ਕ੍ਰੀਏਟ ਹੋਈ? ਕਿਉਂਕਿ ਸਾਡਾ ਵਿਸ਼ਵਾਸ ਗੁਰੂ ਤੇ ਨਹੀਂ ਰਿਹਾ, ਸਾਡਾ ਵਿਸ਼ਵਾਸ ਉਸ ਕਹਾਣੀਕਾਰ ਦੇ ਉੱਤੇ ਹੋ ਗਿਆ, ਲਿਖਣ ਵਾਲੇ ਤੇ ਹੋ ਗਿਆ। ਇਸ ਕਰਕੇ ਸਾਡੀ ਜ਼ਿੰਦਗੀ ਦੇ ਅੰਦਰ ਸ਼ਾਂਤੀ ਜਾਂ ਸੁੱਖ ਜਾਂ ਆਨੰਦ ਜਾਂ ਖੇੜਾ ਜਾਂ ਪ੍ਰਸੰਨਤਾ ਨਹੀਂ ਹੋਈ। ਅਸੀਂ ਰੱਬ ਦੇ ਵਿੱਚ ਅਭੇਦ ਨਹੀਂ ਹੋ ਸਕੇ। ਰੀਜਨ ਗੁਰੂ ਤੇ ਵਿਸ਼ਵਾਸ ਨਹੀਂ ਆਇਆ। ਜਿਹੜਾ ਗੁਰੂ ਤੇ ਵਿਸ਼ਵਾਸ ਹੋਏਗਾ ਉਹ ਗੁਰੂ ਦੀ ਗੱਲ ਨੂੰ ਮੰਨੇਗਾ। ਜਾ ਕੇ ਮਨ ਗੁਰੂ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਭ ਚੀਤ। ਉਹਦੇ ਚਿੱਤ ਦੇ ਅੰਦਰ ਰੱਬ ਦੇ ਗੁਣ ਵਸ ਜਾਂਦੇ ਨੇ। ਉਹਨੂੰ ਵਿਸ਼ਵਾਸ ਆ ਗਿਆ ਨਾ ਕਿ ਮੈਂ ਸਤ ਸੰਤੋਖ ਦਇਆ ਧਰਮ ਧੀਰਜ ਗਿਆਨ ਵੈਰਾਗ ਨਿਮਾਨਤਾ ਸੇਵਾ ਸਿਮਰਨ ਪ੍ਰੇਮ ਕੁਰਬਾਨੀ ਆਦਿਕ ਦੇ ਸ਼ੁਭ ਜਜ਼ਬਿਆਂ ਦਾ ਧਾਰਨੀ ਹੋਣਾ ਹੈ। ਜਿਹਨੂੰ ਗੁਰੂ ਤੇ ਵਿਸ਼ਵਾਸ ਆ ਗਿਆ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਉਹਨੇ ਸੱਚ ਬੋਲਣਾ ਸ਼ੁਰੂ ਕਰ ਦਿੱਤਾ। ਜਿਹਦਾ ਗੁਰੂ ਦੇ ਉੱਤੇ ਵਿਸ਼ਵਾਸ ਆ ਗਿਆ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੁਝ ਪਾਈ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਣਾਈ। ਉਹਨੇ ਵੈਰ ਵਿਰੋਧ ਖਤਮ ਕਰ ਦਿੱਤੇ। ਤੇ ਜਿਹਦਾ ਵਿਸ਼ਵਾਸ ਨਹੀਂ ਹੈ ਉਹਨੇ ਐਸਾ ਕੁਝ ਨਹੀਂ ਕੀਤਾ। ਤਾਂ ਗੱਲ ਹੈ ਵਿਸ਼ਵਾਸ ਦੀ।
यानी गुरु की पावन बाणी ते विश्वास करना है, गुरु के ज्ञान दे विश्वासी होना है और रब्बी गुणां नूं अपने हिरदे विच वसाना है। ਉਹਦੇ ਹਿਰਦੇ ਦੇ ਅੰਦਰ ਰੱਬ ਦੇ ਗੁਣ ਵਸ ਜਾਣਗੇ, ਉਹ ਰੱਬ ਵਰਗਾ ਹੋ ਜਾਏਗਾ ਜਿਹਦਾ ਗੁਰੂ ਤੇ ਵਿਸ਼ਵਾਸ ਹੋਏਗਾ। ਭਗਤ ਭਗਤ ਸੁਣੀਏ ਤਿਹ ਲੋਏ, ਇਹਨੂੰ ਤਿਹੋ ਨਹੀਂ ਪੜਨਾ, ਤਿਹ ਤਿੰਨਾਂ ਲੋਕਾਂ ਵਿੱਚ, ਤਿਹੋ ਲੋਏ ਦਾ ਮਤਲਬ ਤਿੰਨਾਂ ਲੋਕਾਂ ਵਿੱਚ। ਉਹ ਮਨੁੱਖ ਸਾਰੇ ਜਗਤ ਵਿੱਚ ਭਗਤ ਭਗਤ ਸੁਣੀਦਾ ਹੈ, ਉਹਨੂੰ ਲੋਕ ਭਗਤ ਕਹਿੰਦੇ ਨੇ ਕਿ ਰੱਬ ਦਾ ਭਗਤ ਹੈ। ਉਹ ਭਗਤ ਹੈ ਕੌਣ? ਜਿਹਦਾ ਗੁਰੂ ਤੇ ਵਿਸ਼ਵਾਸ ਹੈ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ। ਗੁਰੂ ਦੇ ਦੱਸੇ ਰਾਹਾਂ ਤੇ ਤੁਰ ਕੇ ਜਿਹਦੇ ਅੰਦਰ ਰੱਬੀ ਗੁਣ ਆ ਗਏ ਮਨ ਵਚਨ ਕਰਮ ਕਰਕੇ, ਉਹਨੂੰ ਫਿਰ ਸਾਰੇ ਲੋਕ ਭਗਤ ਕਹਿੰਦੇ ਨੇ। ਉਹ ਫਿਰ ਪ੍ਰਸਿੱਧ ਹੋ ਜਾਂਦਾ ਹੈ। ਉਹ ਇਨਸਾਨ ਸਾਰੇ ਜਗਤ ਦੇ ਅੰਦਰ ਮਾਣ ਆਦਰ ਔਰ ਸਤਿਕਾਰ ਪਾਉਂਦਾ ਹੈ। ਤਾਂ ਸਾਨੂੰ ਇੱਥੇ ਵਿਸ਼ਵਾਸ ਬਣਾਉਣ ਦੀ ਲੋੜ ਹੈ। ਭਗਤ ਉਹ ਹੈ ਜੋ ਰੱਬ ਦੀ ਰਜਾ ਭਾਣੇ ਵਿੱਚ ਤੁਰਦਾ ਹੈ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। ਜਾਂ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਜਾ ਕੇ ਹਿਰਦੈ ਏਕੋ ਹੋਏ। ਹੁਣ ਕੌਣ ਹੈ ਭਗਤ? ਜਿਹਦੇ ਹਿਰਦੇ ਦੇ ਵਿੱਚ ਇੱਕ ਹੈ, ਜਿਸ ਦੀ ਮੈਂਟੈਲਿਟੀ ਮਾਨਸਿਕਤਾ ਦੇ ਅੰਦਰ ਇੱਕ ਹੈ, ਉਹ ਹੈ ਰੱਬ ਦਾ ਭਗਤ, ਉਹ ਹੈ ਰੱਬ ਦਾ ਪਿਆਰਾ। ਜਿਹੜਾ ਮਨ ਵਚਨ ਕਰਮ ਕਰਕੇ ਸੱਚ ਦਾ ਧਾਰਨੀ ਹੈ, ਜਿਹਦਾ ਵਿਹਾਰ ਸਾਰਿਆਂ ਦੇ ਨਾਲ ਇੱਕ ਵਰਗਾ ਹੈ, ਇੱਕੋ ਜਿਹਾ ਹੈ, ਜਿਹੜਾ ਸਾਰੇ ਬ੍ਰਹਿਮੰਡ ਨੂੰ ਇੱਕ ਰੂਪ ਦੇ ਅੰਦਰ ਵੇਖਦਾ ਹੈ, ਜੋ ਸਭ ਦੇ ਅੰਦਰ ਉਹਦਾ ਜੋਤ, ਉਹਦੀ ਨੂਰ, ਉਹਦਾ ਜ਼ਹੂਰ, ਉਹਦਾ ਜਲਵਾ ਵੇਖਦਾ ਹੈ, ਜੋ ਮਨ ਵਚਨ ਕਰਮ ਕਰਕੇ ਇੱਕ ਹੋ ਗਿਆ ਹੈ, ਜਿਹਦੇ ਅੰਦਰ ਇੱਕ ਦਾ ਵਿਸ਼ਵਾਸ ਹੈ, ਉਹ ਰੱਬ ਦਾ ਭਗਤ। ਤੇ ਉਹਦੀ ਜ਼ਿੰਦਗੀ ਕੈਸੀ ਹੈ? ਉਹਦੀ ਨਿਸ਼ਾਨੀ ਕੀ ਹੈ? ਸੱਚ ਕਰਨੀ, ਸੱਚ ਤਾਕੀ ਰਹਿਤ। ਕਰਨੀ ਦਾ ਮਤਲਬ ਅਮਲੀ ਜ਼ਿੰਦਗੀ, ਚਾਲ ਚਲਨ। ਰਹਿਤ ਦਾ ਮਤਲਬ ਜ਼ਿੰਦਗੀ ਦੇ ਅਸੂਲ। ਉਹਦੀ ਅਮਲੀ ਜ਼ਿੰਦਗੀ ਤੇ ਜ਼ਿੰਦਗੀ ਦੇ ਅਸੂਲ ਇੱਕ ਰਸ ਨੇ, ਉਹ ਅੰਦਰੋਂ ਬਾਹਰੋਂ ਇੱਕ ਹੈ। ਅਮਲੀ ਜ਼ਿੰਦਗੀ ਦਾ ਮਤਲਬ ਉਹ ਵਿਹਾਰ ਦੇ ਵਿੱਚ ਇਹਨਾਂ ਗੁਣਾਂ ਨੂੰ ਵਰਤ ਰਿਹਾ ਹੈ। ਉਹਦੇ ਸੱਚੀ ਹੈ ਉਹਦੀ ਸੋਚ, ਸੱਚੇ ਨੇ ਉਹਦੇ ਬੋਲ ਔਰ ਸੱਚੇ ਹੀ ਉਸਦਾ ਵਿਹਾਰ। ਸੱਚ ਕਰਨੀ, ਸੱਚ ਤਾਕੀ ਰਹਿਤ। ਤੇ ਅੱਗੇ ਇਹਨੂੰ ਹੋਰ ਸਪਸ਼ਟ ਕਰ ਰਹੇ ਨੇ, ਸੱਚ ਹਿਰਦੈ ਸਤ ਮੁਖ ਕਹਿਤ। ਹਿਰਦੇ ਦਾ ਮਤਲਬ ਮੈਂਟੈਲਿਟੀ, ਸੋਚ। ਉਹਦੀ ਸੋਚ ਦੇ ਵਿੱਚ ਵੀ ਸੱਚ ਹੈ। ਸਤ ਮੁਖ ਕਹਿਤ, ਉਹ ਜ਼ਬਾਨ ਤੋਂ ਵੀ ਸੱਚ ਬੋਲਦਾ ਹੈ, ਵਿਹਾਰ ਵਿੱਚ ਵੀ ਸੱਚ ਹੈ, ਉਹਦੀ ਸੋਚ ਵੀ ਸੱਚੀ ਹੈ, ਇਰਾਦਾ ਵੀ ਸੱਚਾ ਹੈ। ਗੱਲ ਬੋਲਾਂ ਦੀ ਨਹੀਂ ਹੈ, ਗੱਲ ਕੰਮਾਂ ਦੀ ਨਹੀਂ ਹੈ। ਮਹਾਨਤਾ ਹੈ ਉਸ ਕੰਮ ਦੇ ਪਿੱਛੇ ਇਰਾਦਾ ਕੀ ਹੈ। ਗੰਗੂ ਵੈਸੇ ਤੇ ਬਾਹਰਲੀ ਨਜ਼ਰ ਨਾਲ ਵੇਖੀਏ ਤੇ ਸੱਚ ਬੋਲਦਾ ਪ੍ਰਤੀਤ ਹੁੰਦਾ ਹੈ ਨਾ, ਕਿ ਮਾਤਾ ਜੀ ਔਰ ਛੋਟੇ ਸਾਹਿਬਜ਼ਾਦੇ ਮੇਰੇ ਘਰ ਵਿੱਚ ਨੇ, ਪਰ ਉਹਦਾ ਇਰਾਦਾ ਵੇਖੋ। ਇਰਾਦਾ ਇਹ ਹੈ ਕਿ ਇਹਨਾਂ ਤਿੰਨਾਂ ਨੂੰ ਕੈਦ ਕਰਾ ਕੇ ਮੈਂ ਆਪਣੇ ਬੱਚਿਆਂ ਵਾਸਤੇ ਇਨਾਮ ਲਵਾਂ। ਸੋਚ ਮਾੜੀ ਹੈ ਨਾ। ਜਿਹੜਾ ਰੱਬ ਦਾ ਪਿਆਰਾ ਹੈ ਉਹਦੀ ਸੋਚ ਸੱਚੀ ਹੈ। ਇਸ ਲਈ ਮਹਾਨਤਾ ਕੰਮਾਂ ਦੀ ਨਹੀਂ ਹੈ, ਕਿਹੜੀ ਸੋਚ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ, ਮਹਾਨਤਾ ਉਸ ਚੀਜ਼ ਦੀ ਹੈ। 2 ਮਿੰਟ ਲਈ ਆਪਾਂ ਹੁਣ ਇਸ ਕਲਾਸ ਦੀ ਗੱਲ ਕਰੀਏ। ਮੈਂ ਕਲਾਸ ਲਗਾ ਰਿਹਾ ਨਾ, ਵਿਚਾਰ ਕਰ ਰਿਹਾ, ਤਾਂ ਮਹਾਨਤਾ ਕਲਾਸ ਲਗਾਉਣ ਦੀ ਨਹੀਂ ਹੈ। ਮਹਾਨਤਾ ਇਸ ਕਲਾਸ ਦੀ ਨਹੀਂ ਜੋ ਮੈਂ ਆਪ ਦੇ ਨਾਲ ਸਾਂਝੇ ਵਿਚਾਰ ਕਰ ਰਿਹਾ। ਮਹਾਨਤਾ ਇਹਦੇ ਪਿੱਛੇ ਮੇਰੀ ਸੋਚ ਕੀ ਹੈ, ਉਹਦੀ ਹੈ। ਇੱਕ ਤਾਂ ਮੇਰੀ ਸੋਚ ਇਹ ਹੋ ਸਕਦੀ ਹੈ ਕਿ ਮੈਂ ਵਿਹਲਾ ਵਾਂ, ਚਲੋ ਟਾਈਮ ਪਾਸ ਹੋ ਜਾਂਦਾ। ਇੱਕ ਤਾਂ ਮੇਰੀ ਸੋਚ ਇਹ ਹੋ ਸਕਦੀ ਹੈ। ਦੂਜਾ ਮੇਰੀ ਸੋਚ ਇਹ ਹੋ ਸਕਦੀ ਕਿ ਇਮੋਸ਼ਨਲ ਬਲੈਕਮੇਲ ਕਰੋ ਤੇ ਕੋਈ 4 ਪੈਸੇ ਇਕੱਠੇ ਕਰੋ, ਮੇਰੀ ਇਹ ਵੀ ਸੋਚ ਹੋ ਸਕਦੀ ਹੈ। ਤੀਜੀ ਮੇਰੀ ਸੋਚ ਇਹ ਹੋ ਸਕਦੀ ਹੈ ਕਿ ਮੈਂ ਆਪਣੀ ਵਿਦਵਤਾ ਵਿਖਾਵਾਂ। ਚੌਥੀ ਮੇਰੀ ਸੋਚ ਇਹ ਹੋ ਸਕਦੀ ਕਿ ਕਲਾਸ ਦੇ ਵਿੱਚ ਜਿੰਨੀਆਂ ਵੀ ਮੇਰੀਆਂ ਤੁਸੀਂ ਭੈਣਾਂ ਜਾਂ ਵੀਰ ਬੈਠੇ ਹੋ ਜਾਂ ਮੈਂ ਆ, ਅਸੀਂ ਸਾਰੇ ਇੱਕ ਪਿਤਾ ਦੇ ਬੱਚੇ ਆ। ਅਸੀਂ ਗੁਰਬਾਣੀ ਰਾਹੀਂ ਜ਼ਿੰਦਗੀ ਜੀਣ ਦਾ ਢੰਗ ਸਮਝਣਾ, ਗੁਰੂ ਦੀ ਗੱਲ ਅਸਾਂ ਕਰਨੀ ਹੈ ਔਰ ਗੁਰੂ ਦੀ ਪਾਵਨ ਬਾਣੀ ਅਸੀਂ ਸੰਸਾਰ ਦੇ ਕੋਨੇ-ਕੋਨੇ ਤੱਕ ਪਹੁੰਚਾਣੀ ਹੈ। ਜਿੰਨਾ ਕੁ ਮੈਨੂੰ ਸਮਝ ਹੈ, ਮੈਂ ਆਪਣੀਆਂ ਭੈਣਾਂ ਨੂੰ ਔਰ ਵੀਰਾਂ ਨੂੰ ਗੁਰੂ ਦੀ ਪਾਵਨ ਬਾਣੀ ਦੇ ਨਾਲ ਜੋੜਨਾ ਹੈ। ਇਹ 4-5 ਕਿਸਮ ਦੀ ਸੋਚ ਹੈ ਨਾ। ਤਾਂ ਕਲਾਸ ਦੀ ਮਹਾਨਤਾ ਨਹੀਂ ਹੈ, ਮੇਰਾ ਇਰਾਦਾ ਪਿੱਛੇ ਕੀ ਹੈ, ਮਹਾਨਤਾ ਉਹਦੀ ਹੈ। ਤੁਸੀਂ ਕਿਸੇ ਨਾਲ ਵਰਤ ਰਹੇ ਹੋ, ਕਿਸੇ ਦੇ ਘਰ ਆ ਜਾ ਰਹੇ ਹੋ,
ਮਹਾਨਤਾ ਉਹਦੀ ਨਹੀਂ ਹੈ, ਤੁਹਾਡਾ ਉਹਦੇ ਘਰ ਵਿੱਚ ਜਾਣ ਦਾ ਆਉਣ ਦਾ ਇਰਾਦਾ ਕੀ ਹੈ, ਚੰਗਾ ਜਾਂ ਮਾੜਾ। ਤਾਂ ਗੁਰੂ ਜੀ ਕਹਿੰਦੇ ਨੇ ਜੋ ਰੱਬ ਦਾ ਪਿਆਰਾ ਹੈ, ਸੱਚ ਹਿਰਦੈ ਸਤਮੁਖ ਹੈ, ਤਾਂ ਉਹਦੀ ਨਿਸ਼ਾਨੀ ਹੈ, ਉਹਦੀ ਸੋਚ ਵੀ ਸੱਚੀ ਹੈ ਔਰ ਉਹਦਾ ਜੀਵਨ ਵੀ ਸੱਚਾ ਹੈ, ਉਹਦੇ ਮੁਖ ਦੇ ਬਚਨ ਵੀ ਸੱਚੇ ਨੇ। ਸਾਚੀ ਦ੍ਰਿਸ਼ਟ, ਸਾਚਾ ਆਕਾਰ, ਉਸ ਮਨੁੱਖ ਦੀ ਨਜ਼ਰ ਸੱਚੀ ਹੈ। ਦੇਖੋ ਅਸੀਂ ਆਪਣੀਆਂ ਧੀਆਂ ਨੂੰ, ਭੈਣਾਂ ਨੂੰ ਇਹਨਾਂ ਅੱਖਾਂ ਨਾਲ ਵੇਖਦੇ ਹਾਂ, ਤੇ ਅੱਖਾਂ ਇਹੀ ਹੁੰਦੀਆਂ ਨੇ, ਬੇਗਾਨੀ ਧੀ ਭੈਣ ਨੂੰ ਵੇਖਦਿਆਂ ਨਜ਼ਰੀਆ ਬਦਲ ਜਾਂਦਾ ਨਾ। ਤਾਂ ਜਿਹੜਾ ਰੱਬ ਦਾ ਪਿਆਰਾ ਹੋਏਗਾ, ਉਹਦੀ ਨਜ਼ਰ ਜਿਸ ਇਰਾਦੇ ਨਾਲ, ਜਿਸ ਸੋਚ ਦੇ ਨਾਲ ਆਪਣੀ ਧੀ ਭੈਣ ਨੂੰ ਵੇਖਦਾ ਹੈ, ਦੂਜੇ ਦੀ ਧੀ ਭੈਣ ਨੂੰ ਵੀ ਉਸੇ ਨਜ਼ਰ ਨਾਲ ਹੀ ਵੇਖੇਗਾ। ਜੋ ਕੁਝ ਮੈਂ ਆਪਣੇ ਵਾਸਤੇ ਚਾਹੁੰਦਾ ਹਾਂ, ਉਹ ਮੈਂ ਤੁਹਾਡੇ ਵਾਸਤੇ ਵੀ ਚਾਹਾਂਗਾ। ਜੋ ਬੋਲ ਮੈਂ ਆਪਣੇ ਵਾਸਤੇ ਨਹੀਂ ਸੁਣਨਾ ਚਾਹੁੰਦਾ, ਉਹ ਬੋਲ ਮੈਂ ਤੁਹਾਡੇ ਵਾਸਤੇ ਨਹੀਂ ਬੋਲਾਂਗਾ। ਜਿਹੜਾ ਵਿਹਾਰ ਮੈਨੂੰ ਪਸੰਦ ਨਹੀਂ, ਉਹ ਵਿਹਾਰ ਮੈਂ ਤੁਹਾਡੇ ਨਾਲ ਵੀ ਨਹੀਂ ਕਰਾਂਗਾ। ਇਹਨੂੰ ਕਹਿੰਦੇ ਨੇ ਸਾਚੀ ਦ੍ਰਿਸ਼, ਉਹਦੀ ਸੋਚ ਸੱਚੀ ਹੈ। ਸਾਚਾ ਆਕਾਰ, ਸਾਚਾ ਦਾ ਮਤਲਬ ਰੱਬ ਦਾ ਰੂਪ, ਆਕਾਰ ਦਾ ਮਤਲਬ ਸਾਰਾ ਸੰਸਾਰ। ਉਸ ਬੰਦੇ ਨੂੰ ਸਾਰਾ ਸੰਸਾਰ ਰੱਬ ਦਾ ਆਕਾਰ ਦਿਸਦਾ ਹੈ, ਰੱਬ ਦਾ ਰੂਪ ਦਿਸਦਾ ਹੈ। ਭਗਤ ਕਬੀਰ ਜੀ ਕਹਿੰਦੇ ਨੇ, ਜੇਤੇ ਔਰਤ ਮਰਦਾਂ ਸਾਜੇ ਇਹ ਸਭ ਰੂਪ ਤੁਮਹਾਰੇ, ਕਿ ਇਹ ਪ੍ਰਭੂ ਜਿੰਨੀਆਂ ਵੀ ਔਰਤਾਂ ਔਰ ਬੰਦੇ ਨੇ, ਸਾਰੇ ਤੇਰਾ ਹੀ ਰੂਪ ਨੇ। ਜੋ ਦਿਸ ਹੈ ਸੋ ਤੇਰਾ ਰੂਪ। ਉਹ ਭਾਈ ਕਨਈਏ ਦੀ ਤਰ੍ਹਾਂ ਸਾਰਿਆਂ ਦੇ ਨਾਲ ਰੱਬ ਵਰਗਾ ਵਿਹਾਰ ਕਰਦਾ ਹੈ। ਭਗਤ ਪੂਰਨ ਸਿੰਘ ਦੀ ਤਰ੍ਹਾਂ ਸਭ ਨਾਲ ਰੱਬ ਵਰਗਾ ਵਿਹਾਰ ਕਰਦਾ ਹੈ। ਰੱਬ ਦਾ ਭਗਤ, ਰੱਬ ਦਾ ਪਿਆਰਾ ਉਹਨੂੰ ਕਹਿ ਸਕਦੇ ਹਾਂ। ਤੇ ਜੇ ਮੇਰੇ ਵਰਗੇ ਨੇ ਅੰਮ੍ਰਿਤ ਵੀ ਛਕਿਆ ਹੋਏ, ਨਿਤਨੇਮ ਵੀ ਕਰਦਾ ਹੋਵੇ, ਤੇ ਈਰਖਾ ਦਵੇਸ਼ ਹੋਵੇ, ਵੈਰ ਵਿਰੋਧ ਹੋਵੇ, ਕਿਸੇ ਨਾਲ ਵਿਹਾਰ, ਕਿਸੇ ਨਾਲ ਮਾੜਾ ਚੰਗਾ, ਤਾਂ ਉਹ ਸਿਸਟਮ ਠੀਕ ਨਹੀਂ ਹੈ। ਸੱਚ ਵਰਤੈ, ਸਾਚਾ ਪਾਸਾਰ, ਉਹਨੂੰ ਇਹ ਸਮਝ ਆ ਜਾਂਦੀ ਕਿ ਸੱਚ ਵਰਤੈ। ਸੱਚ ਦਾ ਮਤਲਬ ਰੱਬ ਹੀ ਵਰਤ ਰਿਹਾ ਹੈ ਸਭ ਥਾਵਾਂ ਤੇ। ਸਾਚਾ ਪਾਸਾਰ ਦਾ ਮਤਲਬ ਸਾਰਾ ਖਲਾਰਾ, ਸਾਰਾ ਜਗਤ ਉਸ ਰੱਬ ਦਾ ਹੀ ਰੂਪ ਹੈ, ਰੱਬ ਹੀ ਪਸਰਿਆ ਹੋਇਆ ਹੈ। ਇਹ ਸਾਰਾ ਪਸਾਰਾ ਸੱਚਾ ਹੈ, ਇਹਦੇ ਅੰਦਰ ਕੋਈ ਉਕਾਈ ਨਹੀਂ ਹੈ। ਸਭ ਥਾਵਾਂ ਦੇ ਉੱਤੇ ਸੱਚ ਵਰਤ ਰਿਹਾ ਹੈ। ਸੱਚ ਦੇ ਆਧਾਰ ਤੇ ਫੈਸਲੇ ਹੋਣੇ ਨੇ। ਇਸ ਲਈ ਉਹ ਬੰਦਾ ਜੋ ਰੱਬ ਦੇ ਨਾਲ ਪ੍ਰੀਤ ਕਰਨ ਵਾਲਾ ਹੈ, ਉਹ ਸੱਚ ਦੇ ਨਾਲ ਜੁੜੇਗਾ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਇੱਥੇ ਪਾਰ ਬ੍ਰਹਮ ਤੇ ਥੋੜਾ ਜਿਹਾ ਰੁਕ ਜਾਣਾ ਹੈ। ਜਿਨ ਦੇ ਨੰਨੇ ਨਾਲ ਸਿਹਾਰੀ ਹੈ, ਜਿਸ ਦਾ ਮਤਲਬ ਜਿਸ ਨੇ ਪੂਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਦੋਂ ਵੀ ਜਿਨ ਔਰ ਤਿੰਨ ਦੇ ਨੰਨੇ ਨਾਲ ਸਿਹਾਰੀ ਆਏ, ਉਹ ਸਿੰਗੂਲਰ ਸ਼ਬਦ ਹੋਏਗਾ, ਜਿਸ ਨੇ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਸੱਚ ਕਰ ਦਾ ਮਤਲਬ ਸੱਚ ਕਰਕੇ ਸਦਾ ਥਿਰ ਰਹਿਣ ਵਾਲਾ। ਜਿਸ ਮਨੁੱਖ ਨੇ ਅਕਾਲ ਪੁਰਖ ਨੂੰ ਸਦਾ ਥਿਰ ਰਹਿਣ ਵਾਲਾ ਸਮਝ ਲਿਆ ਹੈ, ਨਾਨਕ ਸੋ ਜਨ ਸੱਚ ਸਮਾਤਾ। ਇੱਥੇ ਸੱਚ ਦੇ ਚੱਚੇ ਨਾਲ ਸਿਹਾਰੀ ਹੈ, ਸੱਚ ਵਿੱਚ। ਸਮਾਤਾ ਦਾ ਮਤਲਬ ਲੀਨ ਹੋ ਜਾਂਦਾ ਹੈ। ਉਹ ਬੰਦਾ ਸੱਚ ਦੇ ਅੰਦਰ ਲੀਨ ਹੋ ਜਾਂਦਾ ਹੈ। ਉਹ ਬੰਦਾ ਰੱਬ ਦੇ ਅੰਦਰ ਮਿਲ ਕੇ ਰੱਬ ਵਰਗਾ ਹੋ ਜਾਂਦਾ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਕਿਉਂ ਜੋਤੀ ਸੰਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਤਾਂ ਦੇਖੋ ਕਿੰਨੇ ਸੁੰਦਰ ਢੰਗ ਦੇ ਨਾਲ ਔਰ ਕਿੰਨੇ ਆਸਾਨ ਢੰਗ ਦੇ ਨਾਲ ਗੁਰਦੇਵ ਪਾਤਸ਼ਾਹ ਜੀ ਨੇ ਸਾਨੂੰ ਜੀਵਨ ਦੀ ਇੱਕ ਜੁਗਤ ਸਮਝਾਈ ਹੈ। ਜਿਸ ਜੀਵਨ ਜੁਗਤ ਨੂੰ ਅਪਣਾ ਕੇ ਮਨੁੱਖ ਆਪਣੇ ਜੀਵਨ ਨੂੰ ਸੁਖੀ ਔਰ ਸ਼ਾਂਤ ਕਰ ਸਕਦਾ ਹੈ, ਆਪਣੀਆਂ ਹਾਰਾਂ ਨੂੰ ਜਿੱਤਾਂ ਵਿੱਚ, ਆਪਣੇ ਦੁੱਖਾਂ ਨੂੰ ਸੁੱਖਾਂ ਵਿੱਚ, ਆਪਣੀਆਂ ਚਿੰਤਾਵਾਂ ਨੂੰ ਖੁਸ਼ੀਆਂ ਦੇ ਅੰਦਰ, ਆਪਣੀ ਨੈਗੇਟਿਵਿਟੀ ਨੂੰ ਪੋਜ਼ਿਟਿਵਿਟੀ ਵਿੱਚ, ਔਰ ਆਪਣੇ ਮਾੜੇ ਜੀਵਨ ਨੂੰ ਚੰਗੇ ਜੀਵਨ ਦੇ ਅੰਦਰ ਤਬਦੀਲ ਕਰ ਸਕਦਾ ਹੈ। ਪਰ ਜੇ ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਆਪ ਪੜ੍ਹੀਏ, ਗੁਰਬਾਣੀ ਨੂੰ ਆਪ ਵਿਚਾਰੀਏ ਔਰ ਗੁਰਬਾਣੀ ਤੇ ਅਮਲ ਕਰੀਏ, ਤਾਂ ਸਾਡਾ ਆਪਣਾ ਜੀਵਨ, ਸਾਡਾ ਪਰਿਵਾਰ, ਸਾਡਾ ਇਹ ਸੰਸਾਰ ਸਵਰਗ ਹੋ ਸਕਦਾ ਹੈ।